बारस बारह उगवै सूर, तहनिस बाजे अनहद तूर। देखिया तिहूं लोक का पियो, अचरज भया जीवते सियो। तेरस तेरह अगम बखान, अर्ध उर्ध बिच सम पहचान। नीच ऊच नहीं मान अमान, व्यापिक राम सगल सामान। चौदस चौदह लोक मझार, रोम रोम मह बसै मुरार। सात संतोख का धरो ध्यान, कथनी कथिय ब्रह्म ज्ञान। पुण्यो पूरा चंद आकाश, पसरें कला सहज परगाश। आद अंत मद होए रहया तीर, सुख सागर मह रमह कबीर। आद अंत मद होए रहया थीर, सुख सागर मह रमह कबीर। वाहिगुरु जी का खालसा, वाहिगुरु जी की फतेह। शब्द गुरु धन धन गुरु ग्रंथ साहिब सच्चे पातशाह महाराज सतगुरां दे सजे हुए पावन दरबार दियां हाजरियां भर रहे गुरु सवारे सतसंगी जनों, अकाल पुरख वाहिगुरु जी ने अपार बख्शिश कृपा की है। सतगुरां दी अमृतमयी पावन बाणी नाल सांझ बनाउण दा ਇਹ ਉਦਮ ਬਲ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਰੂਪ ਵਿੱਚ ਆਪਾਂ ਸਭਨਾਂ ਦੀ ਝੋਲੀ ਵਿੱਚ ਪਾਇਆ ਹੈ, ਜਿਸ ਸਦਕਾ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਆਪ ਸਰਬੱਤ ਸੰਗਤ ਨੇ ਬੜੇ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਰਾਗ ਗੌੜੀ ਦੇ ਵਿੱਚੋਂ ਥਿੱਤੀ, ਜਿਸ ਦੀ ਲੜੀਵਾਰ ਕਥਾ ਵਿਚਾਰ सतगुरां दी मेहर दा सदका आपां सारे ही सांझियां करन दा यतन करदे हां। इस पावन बाणी दे अखीरले चार बंद समाप्ति वाले, जिस दा पाठ आप जी ने श्रवण कीता है। सतगुरु गरीब नवाज गुरु ग्रंथ साहब महाराज जी दी पावन बाणी उस समय नूं, उस वक्त नूं बहुत सुहावना, बड़ा कीमती ते बड़ा उत्तम मनदी है, जिस समय विच असीं अकाल पुरख दी याद विच जुड़दे हां, जिस समय विच असीं रब्बी गुणां दी, रब्बी नाम दी विचार नाल अपने मन नूं, अपने जीवन नूं जोड़ के इस जीवन दे अंदर नेक अमल, नेक कर्म करदे हां। गुरमत ने आख्या वो समा, वो वक़्त, वो दिन बड़ा चंगा है। साहिब जी दे बचन हैं, नानक सोई दिन सुहावड़ा, जित प्रभ आवे चित, जित दिन विसरै पार ब्रह्म, फिट भलेरी रुत।
ਪਰ ਜਿਸ ਵੇਲੇ ਅਸੀਂ ਉਸ ਸੱਚ ਨਾਲੋਂ ਦੂਰੀ ਬਣਾ ਕੇ ਅਕਾਲ ਪੁਰਖ ਦੇ ਗੁਣਾਂ ਨਾਲੋਂ, ਉਹਦੀ ਯਾਦ ਨਾਲੋਂ ਟੁੱਟ ਕੇ ਅਸੀਂ ਆਪਣੇ ਜੀਵਨ ਅੰਦਰ ਝੂਠ ਨੂੰ, ਵਿਕਾਰ ਨੂੰ, ਬੇਅਸੂਲੀ ਨੂੰ, ਬੇਧਰਮੀ ਤੇ ਬੇਈਮਾਨੀ ਨੂੰ ਜੀ ਰਹੇ ਹੁੰਦੇ ਹਾਂ, ਭਾਵੇਂ ਸਿਆਣਿਆਂ ਦੇ ਕਹਿਣ ਮੁਤਾਬਕ, ਭਾਵੇਂ ਸਮੇਂ ਦੀ ਵਿਚਾਰ ਕਰਨ ਵਾਲਿਆਂ ਦੇ ਕਹਿਣ ਅਨੁਸਾਰ ਬਾਹਰ ਦਾ ਸਮਾਂ ਬੜਾ ਹੀ ਸ਼ੁਭ ਹੋਵੇ, ਉਹਨਾਂ ਨੇ ਡਿਕਲੇਅਰ ਕਰ ਦਿੱਤਾ ਹੋਵੇ ਵੀ ਰੁੱਤ ਬੜੀ ਚੰਗੀ ਹੈ, ਸਮਾਂ ਬੜਾ ਸ਼ੁਭ ਹੈ, ਘੜੀਆਂ ਬੜੀਆਂ ਵਧੀਆ ਹਨ, ਪਰ ਗਰੀਬ ਨਵਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਨਹੀਂ, ਜਦੋਂ ਤੂੰ ਸੱਚ ਨਾਲੋਂ ਟੁੱਟਿਆ ਹੋਇਆ ਹੈ, ਉਹ ਸਮਾਂ ਤੇਰੇ ਵਾਸਤੇ ਫਿਟਕਾਰਯੋਗ ਹੈ। ਕਹਿਣ ਤੋਂ ਭਾਵ ਵਕਤ ਤਾਂ ਕੁਦਰਤ ਦਾ ਸਿਰਜਿਆ ਹੋਇਆ ਇੱਕੋ ਜਿਹਾ ਹੀ ਹੈ, ਪਰ ਜਦੋਂ ਤੂੰ ਉਸ ਦੀ ਵਰਤੋਂ ਸਹੀ ਢੰਗ ਨਾਲ ਕਰ ਰਿਹਾ ਹੋਵੇਂ, ਗੁਰੂ ਦੀ ਭੈ ਭਾਵਨੀ ਵਿੱਚ ਚੱਲਦਿਆਂ ਹੋਇਆਂ ਉਸ ਸਮੇਂ ਨੂੰ ਚੰਗੇ ਢੰਗ ਨਾਲ ਬਤੀਤ ਕਰ ਰਿਹਾ ਹੋਵੇਂ, ਜੀ ਰਿਹਾ ਹੋਵੇਂ, ਉਦੋਂ ਉਹ ਸਮਾਂ ਤੇਰੇ ਲਈ ਲਾਹੇਵੰਦਾ ਹੈ। ਜਿਸ ਸਮੇਂ ਦੇ ਵਿੱਚ ਤੂੰ ਵਿਕਾਰ, ਪਾਪ, ਝੂਠ ਤੇ ਔਗਣਾਂ ਨੂੰ ਜੀ ਰਿਹਾ ਹੋਵੇਂ, ਸਤਿਗੁਰੂ ਕਹਿੰਦੇ ਨੇ ਉਹ ਸਮਾਂ ਤੇਰੇ ਜੀਵਨ ਵਾਸਤੇ ਬਹੁਤ ਨੁਕਸਾਨਦੇਹ ਹੈ। ਇਹ ਤੇਰੇ ਵਰਤੋਂ ਦੇ ਉੱਤੇ ਨਿਰਭਰ ਕਰਦੀ ਹੈ ਗੱਲ ਕਿ ਹੇ ਮਨੁੱਖ, ਤੂੰ ਉਸ ਸਮੇਂ ਦੀ ਵਰਤੋਂ ਕਿਸ ਤਰ੍ਹਾਂ ਕਰਦਾ ਹੈ। ਉਸ ਸਮੇਂ ਨੂੰ ਨਰਕ ਬਣਾਉਣਾ ਉਹ ਵੀ ਤੇਰੇ ਹੱਥ ਵੱਸ ਹੈ, ਉਸ ਸਮੇਂ ਨੂੰ ਬਹੁਤ ਸੁਹਾਵਣਾ ਬਣਾ ਲੈਣਾ ਇਹ ਵੀ ਤੇਰੇ ਕਰਮ ਉੱਤੇ, ਤੇਰੇ ਵਿਚਾਰ ਉੱਤੇ ਨਿਰਭਰ ਕਰਦੀ ਹੈ ਗੱਲ। ਵਰਨਾ ਅਕਾਲ ਪੁਰਖ ਪ੍ਰਭੂ ਨੇ ਤਾਂ ਸਾਰਾ ਵਕਤ ਇੱਕੋ ਜਿਹਾ ਹੀ ਪੈਦਾ ਕੀਤਾ ਹੈ, ਉਸ ਦੀ ਪੈਦਾਇਸ਼ ਉੱਤੇ ਕਿਸੇ ਕਿਸਮ ਦਾ ਸ਼ੱਕ ਸ਼ੁਭਾ ਨਹੀਂ ਰੱਖਿਆ ਜਾ ਸਕਦਾ। ਗਰੀਬ ਨਵਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਇਹ ਵਿਚਾਰ ਸਾਨੂੰ ਥਾਂ ਪੁਰ ਥਾਂ ਸਤਿਗੁਰੂ ਜੀ ਨੇ ਹਰ ਜਗ੍ਹਾ ਦੇ ਉੱਤੇ ਸਮਝਾਉਣ ਦੀ ਕਿਰਪਾਲਤਾ ਕੀਤੀ ਹੈ। ਸੋ ਇਸ ਪਾਵਨ ਬਾਣੀ ਦੇ ਵਿੱਚੋਂ ਇਕਾਦਸ਼ੀ 10 ਤੇ 1 ਉਸ ਨੂੰ ਇਕਾਦਸ਼ੀ ਕਹਿੰਦੇ ਹਨ। ਉਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਪੰਕਤੀ ਦੇ ਵਿੱਚ ਫਰਮਾਇਆ ਸੀ, ਇਕਾਦਸ਼ੀ ਏਕ ਦਿਸ਼ ਧਾਵੈ। ਧਾਵੈ ਦਾ ਅਰਥ ਹੁੰਦਾ ਹੈ ਦੌੜੇ, ਤੁਰ ਪਵੇ। ਸਤਿਗੁਰੂ ਕਹਿੰਦੇ ਲੋਕ ਇਕਾਦਸ਼ੀਆਂ ਮਨਾਉਂਦੇ ਹਨ, ਵਰਤ ਰੱਖ ਕੇ, ਕਈ ਤਰ੍ਹਾਂ ਦੇ ਹੋਰ ਕਰਮ ਕਾਂਡ ਕਰਕੇ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਹਰ ਇੱਕ ਤਿਥ ਨਾਲ ਵੱਖਰੇ ਵੱਖਰੇ ਕਿਸਮ ਦੇ ਭਰਮ, ਵਹਿਮ ਤੇ ਕਰਮ ਕਾਂਡ ਮਨੁੱਖ ਨੇ ਜੋੜੇ ਹੋਏ ਨੇ। ਪੁਜਾਰੀਆਂ ਦੇ ਕਹਿਣ ਮੁਤਾਬਕ ਮਨੁੱਖ ਹਰ ਇੱਕ ਤਿਥ ਦੇ ਨਾਲ ਵੱਖਰੇ ਵੱਖਰੇ ਜੁੜੇ ਹੋਏ ਕਰਮ ਕਰਦਾ ਹੈ, ਭਰਮ ਪੂਰੇ ਕਰਦਾ ਹੈ, ਵਹਿਮ ਤੇ ਕਰਮ ਕਾਂਡਾਂ ਦੀ ਦਲਦਲ ਵਿੱਚ ਹੋਰ ਡੂੰਘਾ ਧੱਸਦਾ ਤੁਰਿਆ ਜਾਂਦਾ ਹੈ। ਐਸੇ ਸ਼ਗਨ ਤੇ ਅਪਸ਼ਗਨ, ਸ਼ੁਭ ਤੇ ਅਸ਼ੁਭ ਦੀ ਵਿਚਾਰ ਬੜੀ ਪੱਕੀ ਤਰ੍ਹਾਂ ਨਾਲ ਮਨੁੱਖ ਦੇ ਮਨ ਵਿੱਚ ਘਰ ਕਰ ਗਈ ਹੈ। ਉਹ ਹਰ ਇੱਕ ਨਫੇ ਤੇ ਨੁਕਸਾਨ ਨੂੰ ਇਹਨਾਂ ਚੀਜ਼ਾਂ ਨਾਲ ਜੋੜ ਕੇ ਵੇਖਣ ਲੱਗ ਪਿਆ, ਜਿਸ ਨੂੰ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਦੇ ਵਿੱਚ ਬੜੇ ਸੁਚੱਜੇ ਢੰਗ ਨਾਲ ਇਹਦੀ ਪੇਸ਼ਕਾਰੀ ਕੀਤੀ। ਉਹ ਕਹਿੰਦੇ ਨੇ, ਸੱਜਾ ਖੱਬਾ ਸੌਣ ਨਾ ਮਨ ਵਸਾਇਆ, ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ, ਭਾਖ ਸੁਭਾਖ ਵਿਚਾਰ ਨਾ ਸ਼ਿਕ ਮਨਾਇਆ, ਦੇਵੀ ਦੇਵ ਨਾ ਸੇਵ ਨਾ ਪੂਜ ਕਰਾਇਆ, ਭੰਬਲ ਭੂਸੇ ਖਾਹੇ ਨਾ ਮਨ ਭਰਮਾਇਆ, ਗੁਰਮੁਖ ਸੱਚਾ ਖੇਤ ਬੀਜ ਫੜਾਇਆ। ਭਾਈ ਸਾਹਿਬ ਜੀ ਦੀ ਇਸ ਪੌੜੀ ਦਾ ਭਾਵ ਇਹ ਹੈ ਸੰਖੇਪ ਵਿੱਚ ਕਿ ਗੁਰੂ ਦੇ ਰਾਹੀਂ ਮੈਂ ਆਪਣੇ ਹਿਰਦੇ ਦੀ ਜ਼ਮੀਨ ਉੱਤੇ, ਖੇਤੀ ਵਿੱਚ ਨਾਮ ਗੁਰਮਤ ਦਾ ਬੀਜ ਬੀਜ ਲਿਆ ਹੈ। ਸੱਚ ਦਾ ਖੇਤ ਮੇਰੇ ਘਰ ਹੋ ਗਿਆ, ਭਾਵ ਮੈਂ ਗੁਰੂ ਦੇ ਬਚਨਾਂ ਦੀ ਕਮਾਈ ਕਰ ਲਈ ਹੈ। ਹੁਣ ਜੀਵਨ ਸਚਿਆਰਾ ਹੋ ਗਿਆ। ਹੁਣ ਮੇਰੇ ਕਿਹੜੇ ਕਿਹੜੇ ਭਰਮ ਛੁੱਟੇ ਨੇ, ਸੰਖੇਪ ਮਾਤਰ ਜ਼ਿਕਰ ਕੀਤਾ ਹੈ। ਕਹਿੰਦੇ ਨੇ ਸੱਜੇ ਤੇ ਖੱਬੇ ਦਾ ਜਿਹੜਾ ਭਰਮ ਸੀ ਨਾ ਮੇਰੇ ਜੀਵਨ ਅੰਦਰ, ਖੱਬਾ ਸੱਜਾ ਸੌਣ ਨਾ ਮਨ ਵਸਾਇਆ, ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ। ਵੀ ਜਦੋਂ ਕਿਧਰੇ ਜਾਣਾ ਤੇ ਕਈ ਵਾਰ ਕਿਹਾ ਜਾਂਦਾ ਸੀ ਨਾ, ਜੇ ਤੁਹਾਡੇ ਮੱਥੇ ਮਰਦ ਲੱਗ ਜਾਏ ਤੇ ਤੁਹਾਡਾ ਭਲਾ ਹੋਏਗਾ, ਕੰਮ ਬਣ ਜਾਏਗਾ, ਜੇ ਔਰਤ ਲੱਗ ਗਈ ਨੁਕਸਾਨ ਹੋ ਜਾਏਗਾ, ਜੇ ਕੋਈ ਖਾਸ ਬੰਦਾ ਤੁਹਾਡੇ ਮੱਥੇ ਲੱਗ ਗਿਆ ਤਾਂ ਤੁਹਾਡਾ ਕੰਮ ਸਫਲ ਹੋ ਜਾਣਾ ਹੈ, ਜੇ ਫਲਾਨਾ ਬੰਦਾ ਇਸ ਟਾਈਮ ਤੇ ਮੱਥੇ ਲੱਗ ਜਾਏ ਤਾਂ ਇਹ ਬੜਾ ਬਦਸ਼ਗਨੀ ਮੰਨੀ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਭਰਮ ਹੁਣ ਬਿਨਸ ਗਏ।
ਇਹ ਭਰਮ ਉੱਥੇ ਹੁੰਦੇ ਨੇ ਜਿੱਥੇ ਅਗਿਆਨਤਾ ਦਾ ਹਨੇਰਾ ਹੁੰਦਾ ਹੈ। ਔਰ ਕਹਿੰਦੇ ਨੇ ਭਾਖ ਸੁਭਾਖ ਵਿਚਾਰ ਨਾ ਛਿਕ ਮਨਾਇਆ। ਭਾਖ ਦਾ ਅਰਥ ਹੁੰਦਾ ਹੈ ਬੋਲਣਾ, ਸੁਭਾਖ ਬਹੁਤ ਸੁਚੱਜਾ। ਸ਼ੁਭ ਤੇ ਅਸ਼ੁਭ ਬਚਨ, ਕਿਸੇ ਨੇ ਮਗਰੋਂ ਆਵਾਜ਼ ਦੇ ਦਿੱਤੀ ਵੀ ਮੇਰੀ ਗੱਲ ਸੁਣ ਜਾਣਾ, ਤੇ ਬੰਦੇ ਦੇ ਅੰਦਰ ਇਹ ਡਰ ਬੈਠ ਜਾਂਦਾ, ਹੁਣ ਮੇਰਾ ਕੰਮ ਨਹੀਂ ਬਣੇਗਾ, ਮੈਨੂੰ ਮਗਰੋਂ ਆਵਾਜ਼ ਦੇ ਦਿੱਤੀ। ਕਿਸੇ ਦਾ ਰੋਣਾ ਸੁਣ ਲਿਆ ਤਾਂ ਮਨੁੱਖ ਦੇ ਅੰਦਰ ਇਹ ਦਹਿਲ ਬੈਠ ਗਿਆ, ਭਰਮ ਬੈਠ ਗਿਆ ਵੀ ਹੁਣ ਇਹ ਬਦਸ਼ਗਨੀ ਹੋ ਗਈ। ਐਸੀਆਂ ਆਵਾਜ਼ਾਂ ਜਿਨ੍ਹਾਂ ਨੂੰ ਬੰਦਾ ਸ਼ਗਨ ਤੇ ਅਪਸ਼ਗਨ, ਸ਼ੁਭ ਤੇ ਅਸ਼ੁਭ ਦੇ ਵਿੱਚ ਪਾ ਕੇ ਆਪਣੇ ਮਨ ਦੇ ਭਰਮ ਪੱਕੇ ਕਰਦਾ ਜਾਏ, ਭਾਈ ਸਾਹਿਬ ਕਹਿੰਦੇ ਨੇ ਹੁਣ ਇਹ ਵੀ ਭਰਮ ਜੀਵਨ ਵਿੱਚੋਂ ਨਿਕਲ ਗਏ। ਫਿਰ ਪੁਜਾਰੀਆਂ ਨੇ ਆਖਿਆ ਵੀ ਜੇ ਤੁਸੀਂ ਇਸ ਦਿਸ਼ਾ ਵਿੱਚ ਆਹ ਕੰਮ ਕਰਨ ਜਾਣਾ ਤਾਂ ਇਸ ਦੇਵਤੇ ਦੀ ਪੂਜਾ ਕਰ ਲਓ, ਜੇ ਆਹ ਕੰਮ ਕਰਨਾ ਹੈ ਤਾਂ ਆਹ ਦੇਵਤੇ ਦੀ ਪੂਜਾ ਕਰ ਲਓ, ਜੇ ਕੋਈ ਮਸ਼ੀਨਰੀ ਖਰੀਦਣ ਜਾ ਰਿਹਾ ਹੋ ਤਾਂ ਵਿਸ਼ਵਕਰਮਾ ਦੀ ਪੂਜਾ ਕਰ ਲਓ, ਜੇ ਤੁਸੀਂ ਕੋਈ ਲੋਹਾ ਖਰੀਦਣ ਜਾ ਰਹੇ ਹੋ ਤਾਂ ਸ਼ਨੀ ਦੀ ਪੂਜਾ ਕਰ ਲਓ। ਭਾਵ ਵੱਖਰੇ ਵੱਖਰੇ ਕੰਮ ਨਾਲ ਤੇ ਵੱਖਰੇ ਵੱਖਰੇ ਸਮੇਂ ਨਾਲ ਦੇਵੀ ਦੇਵਤਿਆਂ ਦੀ ਸੇਵਾ ਤੇ ਪੂਜਾ ਦਾ ਭਰਮ ਪੁਜਾਰੀ ਨੇ ਲੋਕਾਂ ਦੇ ਮਨਾਂ ਅੰਦਰ ਟਿਕਾ ਦਿੱਤਾ। ਉਸ ਨੂੰ ਵੀ ਭਾਈ ਸਾਹਿਬ ਕਹਿੰਦੇ ਨੇ ਦੇਵੀ ਦੇਵ ਨਾ ਸੇਵ ਨਾ ਪੂਜ ਕਰਾਇਆ। ਮੈਂ ਹੁਣ ਉਲਝਣਾ ਵਿੱਚ ਭੰਬਲ ਭੂਸਿਆਂ ਵਿੱਚ ਪੈ ਕੇ ਆਪਣੇ ਮਨ ਨੂੰ ਭਟਕਾਉਂਦਾ ਨਹੀਂ, ਕਿਉਂਕਿ ਗੁਰੂ ਨੇ ਆਪਣੇ ਗਿਆਨ ਦਾ, ਆਪਣੀ ਗੁਰਮਤ ਦਾ ਬੀਜ ਮੇਰੇ ਹਿਰਦੇ ਦੀ ਧਰਤੀ ਤੇ ਸੁੱਟ ਦਿੱਤਾ। ਉਹ ਹੁਣ ਫਲੀਭੂਤ ਹੋ ਰਿਹਾ। ਜਿਉਂ-ਜਿਉਂ ਮੈਂ ਉਸ ਗੁਰਮਤ ਨੂੰ ਕਮਾ ਤੇ ਜੀ ਰਿਹਾ, ਮੇਰੇ ਮਨ ਦੇ ਭਰਮ, ਵਹਿਮ, ਅੰਧ ਵਿਸ਼ਵਾਸ ਤੇ ਕਰਮ ਕਾਂਡ ਅੰਦਰੋਂ ਨਿਕਲ ਰਹੇ ਨੇ। ਮੇਰਾ ਭਰੋਸਾ ਅਕਾਲ ਪੁਰਖ ਦੀ ਰਜ਼ਾ ਦੇ ਉੱਤੇ, ਉਹਦੇ ਹੁਕਮ ਦੇ ਉੱਤੇ ਪੱਕਾ ਹੋ ਰਿਹਾ। ਇਹ ਗੁਰਮਤ ਜੀਵਨ ਦੀ ਗੱਲ ਹੈ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਵੀ ਗੁਰਮਤ ਵਾਲਾ ਜੀਵਨ ਕੈਸਾ ਭਰਮਾਂ ਤੋਂ ਉੱਪਰ ਹੈ। ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਜੀਣ ਵਾਲਾ ਗੁਰਸਿੱਖ ਹੀ ਸਹੀ ਮਾਇਨਿਆਂ ਦੇ ਵਿੱਚ ਇਹ ਪੈਂਡਾ ਤੈਅ ਕਰਦਾ ਹੈ। ਸੋ ਗਰੀਬ ਨਿਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਐਸੇ ਭਰਮਾਂ ਦਾ ਖੰਡਨ ਭਰਪੂਰ ਤੌਰ ਉੱਤੇ ਹੈ। ਇੱਥੇ ਕਬੀਰ ਸਾਹਿਬ ਜੀ ਨੇ ਆਖਿਆ ਵੀ ਜੇ ਤੂੰ ਇਕਾਦਸ਼ੀ ਮਨਾਉਣਾ ਹੀ ਚਾਹੁੰਦਾ ਹੈ ਤਾਂ ਇੱਕ ਗੱਲ ਦਾ ਧਿਆਨ ਰੱਖ, ਤੇਰਾ ਮਨ ਕੇਵਲ ਇੱਕ ਦਿਸ਼ਾ ਵੱਲ ਹੀ ਦੌੜੇ। ਭਾਵ ਆਪਣੇ ਮਨ ਨੂੰ ਕੇਵਲ ਇੱਕ ਸੱਚ, ਉਸ ਅਕਾਲ ਪੁਰਖ ਪ੍ਰਭੂ ਦੇ ਨਾਲ ਜੋੜਨ ਦਾ ਯਤਨ ਕਰ। ਇੱਕ ਦਿਸ਼ ਦਾ ਮਤਲਬ ਹੈ ਇੱਕ ਅਕਾਲ ਪੁਰਖ ਨਾਲ, ਜਿਸ ਨੂੰ ਸਤਿਗੁਰੂ ਬਾਣੀ ਵਿੱਚ ਸਮਝਾਉਂਦਿਆਂ ਕਹਿੰਦੇ ਨੇ ਮੇਰੇ ਮਨ ਏਕਸ ਸਿਉ ਚਿਤ ਲਾਏ। हे ਮੇਰੇ ਮਨ ਕੇਵਲ ਆਪਣੀ ਸਾਰੀ ਚਿੰਤਨ ਸੱਤਾ, ਕਿਉਂਕਿ ਮਨ ਚਿੰਤਨ ਕਰਦਾ ਹੈ ਨਾ, ਮਨ ਕਿਸੇ ਗੱਲ ਨੂੰ ਸੋਚਦਾ ਹੈ, ਕਿਸੇ ਗੱਲ ਦੀ ਵਿਚਾਰ ਕਰਦਾ ਹੈ, ਤੇ ਜੇ ਗਲਤ ਵਿਕਾਰੀ ਹੋਰ ਕਈ ਤਰ੍ਹਾਂ ਦੇ ਐਸੀਆਂ ਵਾਸ਼ਨਾਵਾਂ ਦੀ ਵਿਚਾਰ ਵਿੱਚ ਪੈ ਜਾਏ ਤਾਂ ਮਨ ਭਟਕ ਜਾਂਦਾ ਹੈ। हे ਮੇਰੇ ਮਨ ਜੇ ਤੂੰ ਚਿੰਤਨ ਕਰਨਾ ਹੀ ਚਾਹੁੰਦਾ ਹੈ ਤਾਂ ਸੱਚ, ਖਰੀ ਔਰ ਚੰਗੀ ਗੱਲ ਦਾ ਕਰ, ਰੱਬੀ ਗੁਨਾਹ ਦਾ ਕਰ, ਰੱਬੀ ਨਾਮ ਦਾ ਕਰ। ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ। ਉਹ ਸਿੱਖ ਤੋਂ ਬਿਨਾ ਜੋ ਬਾਕੀ ਜੋ ਕੁਝ ਤੂੰ ਚਿੰਤਨ ਕਰਦਾ ਹੈ, ਵਿਚਾਰ ਕਰਦਾ ਹੈ, ਹੋਰ ਉਲਝਣਾ ਵਿੱਚ ਪੈਂਦਾ ਹੈ, ਇਹ ਤਾਂ ਸਭ ਮਾਇਕ ਧੰਦੇ ਹਨ, ਸਭ ਮਿਥਿਆ ਮੋਹ ਮਾਇਆ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਫਰਮਾਉਂਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। हे ਮੇਰੇ ਪਿਆਰੇ ਮਨ, ਤੂੰ ਸਦਾ ਹੀ ਉਸ ਸੱਚ ਨੂੰ ਸੰਭਾਲ। ਸੰਭਾਲ ਦਾ ਅਰਥ ਹੁੰਦਾ ਹੈ ਚੇਤੇ ਕਰ, ਉਹਦਾ ਚਿੰਤਨ ਕਰ, ਉਹਦੀ ਵਿਚਾਰ ਕਰ, ਉਹਦੇ ਗੁਣਾਂ ਦੀ। ਤੇ ਯਾਦ ਰੱਖ ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਹੀਂ ਤੇਰੇ ਨਾਲੇ। ਹੁਣ ਕਿਉਂਕਿ ਗੱਲ ਮਨ ਦੀ ਹੋ ਰਹੀ ਹੈ ਨਾ, ਗੱਲ ਜਦੋਂ ਪ੍ਰਾਣੀ ਦੀ ਹੋਵੇ ਵੀ हे ਬੰਦੇ ਇਹ ਪਰਿਵਾਰ ਤੇਰੇ ਨਾਲ ਨਹੀਂ ਜਾਏਗਾ, ਉੱਥੇ ਕੁਝ ਗੱਲ ਵੱਖਰੀ ਹੋਏਗੀ। ਗੱਲ ਜਦੋਂ ਇਹ ਗੱਲ ਨੂੰ ਅਸੀਂ ਸਮਝਣਾ ਵੀ ਪਾਤਸ਼ਾਹ ਸੰਬੋਧਨ ਕਿਹਨੂੰ ਹੁੰਦੇ ਨੇ, ਜਦੋਂ ਮਨ ਨੂੰ ਸੰਬੋਧਨ ਹੋ ਰਹੇ ਨੇ ਤਾਂ ਮਨ ਦੀ ਹੀ ਗੱਲ ਹੋ ਰਹੀ ਹੈ। ਤਾਂ ਮਨ ਦਾ ਪਰਿਵਾਰ ਕਿਹੜਾ ਹੈ? ਮਨ ਦਾ ਆਪਣਾ ਪਰਿਵਾਰ ਕਿਹੜਾ ਹੈ ਜਿਹੜਾ ਜਿਸ ਝੁਰਮਿਟ ਵਿੱਚ ਬੈਠਾ ਹੋਇਆ ਮਨ ਸੱਚ ਨੂੰ ਭੁੱਲ ਗਿਆ। ਜਿਵੇਂ ਅਸੀਂ ਬਾਹਰੀ ਤੌਰ ਉੱਤੇ ਪਰਿਵਾਰ ਵਿੱਚ ਬੈਠੇ ਹੋਈਏ ਔਰ ਹੱਸ ਖੇਡ ਰਹੇ ਹੋਈਏ ਤਾਂ ਸਾਨੂੰ ਕੋਈ ਪਰਿਵਾਰ ਦਾ ਸਿਆਣਾ ਬਜ਼ੁਰਗ ਬਾਹਰੋਂ ਆ ਕੇ ਇਹ ਗੱਲ ਆਖੇ ਕਿ ਤੁਸੀਂ ਇੱਥੇ ਪਰਿਵਾਰ ਵਿੱਚ ਬੈਠੇ ਹੋਏ ਹੱਸ ਖੇਡ ਰਹੇ ਹੋ, ਤੁਹਾਡੀ ਕੋਈ ਜ਼ਰੂਰੀ ਡਿਊਟੀ ਲਾਈ ਗਈ ਸੀ, ਕੰਮ ਦੱਸਿਆ ਗਿਆ ਸੀ, ਉਹ ਕੀਤਾ,
ਅਸੀਂ ਉਸੇ ਵੇਲੇ ਸੁਚੇਤ ਹੋ ਜਾਂਦੇ ਹਾਂ ਕਿ ਸਾਨੂੰ ਤਾਂ ਚੇਤਾ ਹੀ ਭੁੱਲ ਗਿਆ। ਪਰਿਵਾਰ ਦੇ ਹੱਸਣ ਵਿੱਚ, ਖੇਡਣ ਵਿੱਚ, ਖਾਣ ਪੀਣ ਵਿੱਚ, ਗੱਲਾਂ ਬਾਤਾਂ ਵਿੱਚ ਅਸੀਂ ਇੰਨੇ ਕੁ ਜ਼ਿਆਦਾ ਰੁੱਝ ਗਏ ਵੀ ਉਹ ਕੰਮ ਜਿਹੜਾ ਜ਼ਰੂਰੀ ਇੱਕ ਦੱਸਿਆ ਗਿਆ ਸੀ ਵੀ ਉਹ ਵੀ ਕਰ ਲਿਓ ਨਾਲ, ਉਹ ਵੀ ਅਸੀਂ ਕਰਨਾ ਸੀ, ਉਹਦਾ ਖਿਆਲ ਹੀ ਭੁੱਲ ਗਿਆ। ਜਿਵੇਂ ਅਸੀਂ ਬਾਹਰੀ ਤੌਰ ਉੱਤੇ ਉਦਾਹਰਣ ਹੈ ਇਸ ਗੱਲ ਨੂੰ, ਭਾਵ ਨੂੰ ਸਮਝਣ ਲਈ। ਹੁਣ ਪ੍ਰਸ਼ਨ ਇਹ ਹੈ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਗੱਲ ਮਨ ਨਾਲ ਕਰਦੇ ਨੇ ਤੇ ਮਨ ਨੂੰ ਹੀ ਕਹਿੰਦੇ ਨੇ, ਇਹ ਕੁਟੰਬ ਤੂੰ ਜੇ ਦੇਖਦਾ, ਇਹ ਜਿਹੜਾ ਤੂੰ ਆਪਣਾ ਪਰਿਵਾਰ ਵੇਖ ਰਿਹਾ ਨਾ ਆਲੇ ਦੁਆਲੇ, ਚੱਲੇ ਨਾ ਹੀ ਤੇਰਾ ਨਾਲੇ, ਇਹ ਤੇਰੇ ਨਾਲ ਨਹੀਂ ਜਾਏਗਾ, ਭਾਵੇਂ ਤੇਰਾ ਸਾਥ ਨਹੀਂ ਦੇਣ ਵਾਲਾ। ਮਨ ਨੇ ਆਪਣਾ ਪਰਿਵਾਰ ਬਣਾ ਰੱਖਿਆ ਹੈ। ਮਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਡੂੰਘੇ ਅਰਥਾਂ 'ਚ ਕੀਤੀ ਗਈ ਹੈ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ। ਕਿਤੇ ਮਨ ਬਾਰੇ ਗੁਰੂ ਪਾਤਸ਼ਾਹ ਜੀ ਨੇ ਇਹ ਵੀ ਬਚਨ ਆਖਿਆ ਹੈ, ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤਤ ਕੋ ਜਿयो, ਇਹ ਮਨ ਲੈ ਜੋ ਉਨਮਨ ਰਹਿ ਤੋ ਤੀਨ ਲੋਕ ਕੀ ਬਾतें ਕਹੇ। ਕਬੀਰ ਸਾਹਿਬ ਜੀ ਦਾ ਬੋਲ 52 ਅੱਖਰੀ ਚੋਂ ਆਪਾਂ ਇਸ ਨੂੰ ਵਿਚਾਰਿਆ ਕਿ ਜੇ ਮਨ ਮਾਇਆ ਵੱਲ ਲੱਗ ਗਿਆ ਤਾਂ ਇਹ ਉਹੋ ਜੀ ਸੰਗਤ ਵਿੱਚ ਪੈ ਕੇ ਉਹੋ ਜਿਹਾ ਹੋ ਜਾਂਦਾ ਹੈ। ਸੱਚ ਵੱਲ ਇਸ ਦੀ ਲਗਨ ਲੱਗ ਜਾਏ ਤਾਂ ਉਸ ਸੰਗਤ ਵਿੱਚ ਪੈ ਕੇ ਉਹੋ ਜਿਹਾ ਹੋ ਜਾਂਦਾ ਹੈ, ਭਾਵ ਇਹਦਾ ਸੁਭਾਅ ਉਸੇ ਤਰ੍ਹਾਂ ਦਾ ਹੋ ਜਾਏਗਾ ਜਿਸ ਪਾਸੇ ਇਸ ਨੂੰ ਜੋੜ ਲਿਆ ਜਾਏ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤਤ ਕੋ ਜਿਓ। ਜੇ ਇਹਨੂੰ ਸਰੀਰ ਦੇ ਵਿਸ਼ੇ ਵਿਕਾਰ ਪੂਰੇ ਕਰਨ ਵਾਲੇ ਪਾਸੇ ਲਾ ਦਿਓ, ਇਹ ਉਧਰ ਹੀ ਲੱਗਾ ਰਹੇਗਾ। ਇਹ ਮਨ ਦੇ ਸੁਭਾਅ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੀਤੀ ਔਰ ਆਖਿਆ, ਇਹ ਮਨ ਲੈ ਜੋ ਉਨਮਨ ਰਹਿ ਤੋ ਤੀਨ ਲੋਕ ਕੀ ਬਾतें ਕਹੇ। ਜੇ ਇਸ ਮਨ ਨੂੰ ਗੁਰੂ ਦੀ ਸੰਗਤ ਵਿੱਚ ਲਿਆ ਕੇ ਇਸ ਪਾਸੇ ਰੁਝਾ ਦਿੱਤਾ ਜਾਏ, ਇਸ ਦੀ ਲਗਨ ਇਸ ਪਾਸੇ ਜੋੜ ਦਿੱਤੀ ਜਾਏ, ਤਾਂ ਤਿੰਨਾਂ ਭਵਨਾਂ ਦੇ ਮਾਲਕ ਅਕਾਲ ਪੁਰਖ ਦੀ ਸਿਫਤ ਸਲਾਹ ਵਿੱਚ ਲੱਗ ਜਾਂਦਾ, ਭਾਵ ਉਹਦੇ ਗੁਣਾਂ ਵਿੱਚ ਪਰੋਤਾ ਜਾਂਦਾ, ਗੁਣਾਂ ਦਾ ਪ੍ਰਭਾਵ ਕਬੂਲ ਕਰ ਲੈਂਦਾ। ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਜੋ ਕਬੀਰ ਸਾਹਿਬ ਜੀ ਨੇ ਆਖਿਆ ਵੀ ਜਿਹੋ ਜਿਹੀ ਸੰਗਤ ਵਿੱਚ ਪਵੇਗਾ ਉਹੋ ਜਿਹੀ ਰੰਗਤ, ਉਹੋ ਜਿਹਾ ਰੰਗ, ਉਹੋ ਜਿਹਾ ਪ੍ਰਭਾਵ ਇਹ ਕਬੂਲਦਾ ਜਾਏਗਾ ਤੇ ਉਸ ਪਾਸੇ ਇਸ ਦੀ ਸਾਂਝ ਜਿਹੜੀ ਹੈ ਉਹ ਹੋਰ ਪਕੇਰੀ ਹੁੰਦੀ ਜਾਏਗੀ। ਤੋ ਹੁਣ ਗੱਲ ਜਦੋਂ ਮਨ ਦੀ ਹੋ ਰਹੀ ਹੈ, ਕੁਟੰਬ ਤੂੰ ਜੇ ਦੇਖਦਾ, ਇਹ ਜਿਹੜਾ ਤੂੰ ਪਰਿਵਾਰ ਆਪਣੇ ਆਲੇ ਦੁਆਲੇ ਵੇਖ ਰਿਹਾ ਹੈ, ਚੱਲੇ ਨਾਹੀਂ, ਭਾਵ ਇਹ ਜਿਹੜੇ ਗਿਆਨ ਇੰਦਰੀਆਂ ਦੇ ਚਸਕੇ ਤੂੰ ਹੰਢਾ ਰਿਹਾ ਹੈ, ਇਹ ਜਿਹੜਾ ਕੁਟੰਬ ਹੈ ਨਾ, ਜਿਹਨੂੰ ਕਿਹਾ ਬਾਣੀ ਨੇ ਸਭ ਪਰਿਵਾਰ ਚੜਾਇਆ ਬੇੜੇ, ਉਹ ਸਾਰਾ ਪਰਿਵਾਰ ਕੀ ਹੈ? ਮੇਲ ਨਾਰੀ ਸਤ ਸੰਗ ਮੰਗਲ ਗਾਵੀਆ। ਕਿਹੜੀਆਂ ਨਾਰੀਆਂ ਹਨ ਵੀ ਆਵੋ ਸਹੇਲੀਓ ਆਪਾਂ ਰੱਬ ਦੇ ਗੁਣ ਗਾਈਏ। ਇਹ ਸਾਡੇ ਗਿਆਨ ਇੰਦਰੀਆਂ ਨੂੰ ਕਿਹਾ, ਅਰਥਕਾਰਾਂ ਨੇ ਵੀ ਇਹਨਾਂ ਦੇ ਅਰਥ ਇਹੋ ਹੀ ਕੀਤੇ ਨੇ। ਇਹ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨੇ ਜਿਨ੍ਹਾਂ ਨਾਲ ਸਾਡਾ ਬਾਹਰ ਸੰਬੰਧ ਜੁੜਦਾ ਹੈ। ਇੱਕ ਉਦਾਹਰਣ ਦਿੰਦਾ ਹਾਂ। ਅਸੀਂ ਇੱਕ ਫਲ ਖਰੀਦਿਆ, ਫਲ ਨੂੰ ਖਰੀਦ ਕੇ ਉਸ ਨੂੰ ਖਰੀਦਣ ਤੋਂ ਪਹਿਲਾਂ ਅਸੀਂ ਉਸ ਦੀ ਕੁਝ ਪਰਖ ਕੀਤੀ। ਸਭ ਤੋਂ ਪਹਿਲਾਂ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ, ਇੰਨੇ ਸਾਰੇ ਫਲ ਪਏ ਹੋਏ ਸਨ। ਜਦੋਂ ਅਸੀਂ ਆਪਣੀ ਅੱਖ ਨਾਲ ਉਸ ਫਲ ਨੂੰ ਤੱਕਿਆ ਤਾਂ ਉਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਸਾਡੀ ਅੱਖ ਨੂੰ ਵਧੀਆ ਲੱਗਾ, ਪਰਖ ਦੇ ਵਿੱਚ ਖਰਾ ਉਤਰਿਆ ਸੀ, ਉਹ ਚੁੱਕਿਆ। ਇਹਦਾ ਰੰਗ ਵੇਖ ਕੇ ਸਾਨੂੰ ਲੱਗਦਾ ਵੀ ਇਹ ਪੱਕਿਆ। ਦੂਜੇ ਦਾ ਰੰਗ ਸਾਨੂੰ ਵੇਖ ਕੇ ਲੱਗਿਆ ਵੀ ਨਹੀਂ ਅਜੇ ਕੱਚਾ ਹੈ, ਇਹ ਮਿੱਠਾ ਨਹੀਂ ਹੋਏਗਾ। ਪਹਿਲਾਂ ਸਾਡੀ ਅੱਖ ਨੇ ਸਾਨੂੰ ਗਿਆਨ ਦਿੱਤਾ ਉਸ ਫਲ ਨੂੰ ਵੇਖ ਕੇ ਵੀ ਆਹ ਪੱਕਾ ਲੱਗਦਾ, ਇਹਨੂੰ ਚੁਣਨਾ ਚਾਹੀਦਾ। ਫਿਰ ਦੂਸਰਾ ਕੰਮ ਇਹ ਹੋਇਆ ਵੀ ਅਸੀਂ ਉਹਨੂੰ ਹੱਥ ਵਿੱਚ ਉਸ ਫਲ ਨੂੰ ਫੜ ਲਿਆ। ਇਹ ਦੂਸਰਾ ਗਿਆਨ ਇੰਦਰਾ ਹੈ ਸਾਡਾ, ਚਮੜੀ। ਸਪਰਸ਼ ਕਰਕੇ ਸਾਨੂੰ ਪਤਾ ਲੱਗ ਗਿਆ। ਉਸ ਫਲ ਦੀ ਅਸੀਂ ਆਪਣੇ ਹੱਥ 'ਚ ਫੜ ਕੇ ਨਿਰਖ ਪਰਖ ਕਰਨੀ ਸ਼ੁਰੂ ਕੀਤੀ। ਤੀਸਰੀ ਗੱਲ, ਫਿਰ ਉਸ ਨੂੰ ਅਸੀਂ ਕਈ ਵਾਰ ਆਪਣੇ ਨੱਕ ਦੇ ਨੇੜੇ ਲਿਜਾ ਕੇ ਸੁੰਘਦੇ ਹਾਂ ਵੀ ਇਸ ਵਿੱਚੋਂ ਚੰਗੀ ਸਮੈਲ ਆਉਂਦੀ ਹੈ। ਚੰਗੀ ਤਰ੍ਹਾਂ ਜਾਂਚ ਲਿਆ ਵੀ ਇਹ ਪੱਕ ਗਿਆ ਕਿ ਨਹੀਂ। ਇਹ ਸਾਡਾ ਤੀਸਰਾ ਗਿਆਨ ਇੰਦਰਾ ਹੈ। ਤੇ ਚੌਥਾ ਕੀ ਹੈ? ਫਿਰ ਅਸੀਂ ਉਸ ਬਾਰੇ ਚੰਗੀ ਤਰ੍ਹਾਂ ਨਾਲ ਦੁਕਾਨਦਾਰ ਨੂੰ, ਫਲ ਵੇਚਣ ਵਾਲੇ ਨੂੰ ਪੁੱਛਿਆ ਵੀ ਪੱਕੀ ਗੱਲ ਹੈ, ਪੱਕਾ ਹੀ ਹੋਏਗਾ, ਮਿੱਠਾ ਹੀ ਹੋਏਗਾ, ਖਰਾਬ ਤੇ ਨਹੀਂ ਨਿਕਲੇਗਾ। ਹੁਣ ਉਹਨੇ ਸਾਨੂੰ ਧਰਵਾਸ ਦਿੰਦਿਆਂ ਕਿਹਾ ਜੀ ਐਸੀ ਕੋਈ ਗੱਲ ਨਹੀਂ,
ਤੁਸੀਂ ਇਹ ਚੀਜ਼ ਲੈ ਜਾਓ, ਮੈਂ ਇੱਥੇ ਬੈਠਾ, ਕੋਈ ਉਲਾਂਭਾ ਨਹੀਂ ਆਏਗਾ। ਇਹ ਸਾਡਾ ਚੌਥਾ ਗਿਆਨ ਇੰਦਰ ਹੈ ਜੋ ਅਸੀਂ ਕੰਨਾਂ ਨਾਲ ਸੁਣਿਆ, ਡਿਸਾਈਡ ਹੋ ਗਿਆ ਵੀ ਲੈ ਲਓ। ਹੁਣ ਜਦੋਂ ਅਸੀਂ ਉਸ ਨੂੰ ਲੈ ਕੇ ਆਂਦਾ, ਹੁਣ ਪੰਜਵੀਂ ਤੇ ਆਖਰੀ ਕਿਰਿਆ ਰਹਿ ਗਈ ਵੀ ਜਦੋਂ ਅਸੀਂ ਉਸ ਨੂੰ ਚੀਰਿਆ, ਕੱਟਿਆ ਤੇ ਅਸੀਂ ਉਸ ਨੂੰ ਖਾਧਾ। ਹੁਣ ਜ਼ਬਾਨ ਨੇ ਉਸ ਦਾ ਸਵਾਦ ਜਿਹੜਾ ਸੀ, ਜਿਹੋ ਜਿਹਾ ਵੀ ਸੀ, ਉਹ ਸਾਨੂੰ ਦਿੱਤਾ। ਇਹ ਸਾਡੇ ਪੰਜੇ ਗਿਆਨ ਇੰਦਰੇ, ਇਹ ਮੈਂ ਕੇਵਲ ਉਦਾਹਰਣ ਵਰਤੀ ਹੈ ਗੱਲ ਸਮਝਾਉਣ ਵਾਸਤੇ ਵੀ ਇਹ ਸਾਡੇ ਪੰਜੇ ਗਿਆਨ ਇੰਦਰੇ ਸਾਡੀ ਸਾਂਝ ਸੰਸਾਰ ਨਾਲ ਬਣਾਉਂਦੇ। ਇਹਨਾਂ ਨੂੰ ਗਿਆਨ ਇੰਦਰੇ ਇਸ ਕਰਕੇ ਆਖਿਆ ਵੀ ਇਹ ਪੰਜੇ ਹੀ ਆਪਣੇ ਆਪਣੇ ਢੰਗ ਨਾਲ ਸਾਨੂੰ ਸੰਸਾਰ ਦੀ ਸੋਝੀ ਦਿੰਦੇ ਨੇ। ਕੁਝ ਗੱਲਾਂ ਅਸੀਂ ਵੇਖ ਕੇ ਸਿੱਖਦੇ ਹਾਂ, ਉਹਨਾਂ ਦਾ ਪ੍ਰਭਾਵ ਕਬੂਲਦੇ ਹਾਂ। ਕੁਝ ਅਸੀਂ ਸੁਣਦੇ ਹਾਂ ਤੇ ਉਹਦਾ ਪ੍ਰਭਾਵ ਸਾਡੇ ਜੀਵਨ ਤੇ ਪੈਂਦਾ ਹੈ। ਕੁਝ ਅਸੀਂ ਸੁੰਘਦੇ ਹਾਂ, ਕੁਝ ਸਪਰਸ਼ ਕਰਦੇ ਹਾਂ ਤੇ ਕੁਝ ਅਸੀਂ ਬੋਲ ਕੇ, ਖਾ ਕੇ, ਇਸ ਢੰਗ ਨਾਲ ਅਸੀਂ ਬਹੁਤ ਕੁਝ ਆਪਣੇ ਅੰਤਰ ਆਤਮੇ ਨੂੰ ਗਿਆਨ ਦਿੰਦੇ ਹਾਂ। ਇਹ ਸਾਰੇ ਪੰਜੇ ਗਿਆਨ ਇੰਦਰੇ ਇਕੱਠੇ ਹੋ ਕੇ ਜੋ ਕੁਝ ਇਕੱਠਾ ਕਰਦੇ ਨੇ ਨਾ, ਉਹ ਸਾਡੇ ਮਨ ਤੱਕ ਪਹੁੰਚਦਾ। ਮਨ ਉਹਨੂੰ ਜੀਂਦਾ ਹੈ, ਮਨ ਉਸ ਨੂੰ ਚੇਤਦਾ ਹੈ, ਹੰਡਾਉਂਦਾ ਹੈ, ਉਹੋ ਜਿਹਾ ਪ੍ਰਭਾਵ ਕਬੂਲਦਾ ਹੈ ਤੇ ਫਿਰ ਉਸੇ ਹਿਸਾਬ ਨਾਲ ਸਾਡਾ ਸੁਭਾਅ ਬਣਦਾ ਹੈ, ਸਾਡੇ ਸੰਸਕਾਰ ਬਣਦੇ ਨੇ, ਸਾਡੀਆਂ ਆਦਤਾਂ ਬਣਦੀਆਂ ਨੇ, ਫਿਰ ਉਹਦੇ ਮੁਤਾਬਕ ਸਾਡੇ ਕਰਮ ਹੁੰਦੇ ਨੇ। ਯਾਨੀ ਕਿ ਇਸ ਤਰ੍ਹਾਂ ਹੀ ਕੁਦਰਤ ਨੇ ਸਾਡੇ ਜੀਵਨ ਦਾ ਇੱਕ ਵਰਤਾਰਾ ਇਸ ਤਰ੍ਹਾਂ ਦਾ ਸਿਸਟਮ ਕ੍ਰੀਏਟ ਕਰ ਦਿੱਤਾ ਹੈ ਕਿ ਆਟੋਮੈਟਿਕਲੀ ਅਸੀਂ ਸਾਰਾ ਕੁਝ ਬਾਹਰੋਂ ਗ੍ਰਹਿਣ ਕਰਦੇ ਹੋਏ, ਮਨ ਦਾ ਸੁਭਾਅ ਬਣਾਉਂਦੇ ਹੋਏ, ਸੰਸਕਾਰ ਬਣਾਉਂਦੇ, ਕਰਮ ਕਰਦੇ, ਇਸੇ ਤਰ੍ਹਾਂ ਨਿਰੰਤਰ ਅਸੀਂ ਤੁਰੇ ਜਾ ਰਹੇ ਹਾਂ। ਜਿਹੜੀ ਬਾਣੀ 'ਚ ਪੰਕਤੀ ਆਉਂਦੀ ਹੈ ਨਾ, ਕੂੜ ਕਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ, ਇਹਦਾ ਭਾਵ ਹੈ ਵੀ ਜੋ ਤੂੰ ਕੂੜ ਕਰਮ ਕਰ ਰਿਹਾ ਹੈ, ਕੂੜ ਕਰਮ ਕਰਦਿਆਂ ਤੂੰ ਕੂੜਾ ਝੂਠਾ ਹੀ ਬਣ ਰਿਹਾ ਹੈ। ਫਿਰ ਉਸੇ ਝੂਠ ਦੇ ਰਾਹ ਦੇ ਉੱਤੇ ਤੂੰ ਤੁਰਿਆ ਜਾ ਰਿਹਾ। ਯਾਨੀ ਕਿ ਤੇਰੀ ਇੱਕ, ਇਹਨੂੰ ਐਵੇਂ ਕਹਿ ਸਕਦੇ ਹਾਂ ਅਸੀਂ ਵੀ, ਇੱਕ ਰਸਤਾ ਤੈਨੂੰ ਮਿਲ ਗਿਆ, ਉਸ ਰਸਤੇ ਦੇ ਉੱਤੇ ਉਸੇ ਹਿਸਾਬ ਨਾਲ ਹੀ ਤੇਰੇ ਕਰਮ ਜਿਉਂ ਦੇ ਤਿਉਂ ਬਣਦੇ ਜਾ ਰਹੇ। ਗੁਰੂ ਦੀ ਮਹੱਤਤਾ ਇਹ ਹੈ ਜੀਵਨ ਵਿੱਚ ਵੀ ਗੁਰੂ ਸਾਡੇ ਰਾਹ ਰਸਤੇ ਤਬਦੀਲ ਕਰ ਦਿੰਦਾ, ਉਹਨੂੰ ਬਦਲ ਦਿੰਦੇ। ਗੁਰੂ ਨੂੰ ਇਸ ਗੱਲ ਦਾ ਗਿਆਨ ਹੈ ਵੀ ਜਿਹੜੇ ਰਾਹ ਦੇ ਉੱਤੇ ਮਨੁੱਖ ਤੁਰਿਆ ਹੋਇਆ, ਇਹਦੇ ਰਾਹ ਨੂੰ ਬਦਲਣ ਵਾਸਤੇ ਕੀ ਕਰਨਾ ਪਏਗਾ, ਇਹਨੂੰ ਕਿਹੋ ਜਿਹੀ ਜੁਗਤ ਦੇਣੀ ਪਏਗੀ। ਗੁਰੂ ਕੋਲੋਂ ਜੁਗਤ ਮੌਜੂਦ ਹੈ। ਜੇਕਰ ਸਿੱਖ ਆਪਣਾ ਆਪ ਗੁਰੂ ਪ੍ਰਤੀ ਸਮਰਪਿਤ ਭਾਵਨਾ ਨਾਲ ਗੁਰੂ ਦੇ ਸਨਮੁਖ ਹੋ ਜਾਏ ਤਾਂ ਗੁਰੂ ਸਾਡੀ ਜੀਵਨ ਜੁਗਤ ਨੂੰ ਬਦਲ ਦੇ। ਇਸ ਨੂੰ ਅਸੀਂ ਆਖਦੇ ਭੁੱਲੇ ਕਉ ਗੁਰ ਮਾਰਗ ਪਾਇਆ, ਕਿ ਭੁੱਲੇ ਹੋਏ ਨੂੰ ਗੁਰੂ ਨੇ ਸਹੀ ਸੱਚ ਦੇ ਰਾਹ ਦੇ ਉੱਤੇ ਤੋਰ ਦਿੱਤਾ। ਤੋ ਇਹ ਵੀ ਪੰਜ ਗਿਆਨ ਇੰਦਰੇ ਜਿਹੜੇ ਹਨ, ਉਹ ਸਾਡੇ ਅੰਦਰ ਜੋ ਕੁਝ ਵੀ ਉਹ ਇਕੱਠਾ ਕਰਦੇ ਨੇ। ਇਹ ਪਰਿਵਾਰ ਦਾ, ਇਹ ਮਨ ਦਾ ਪਰਿਵਾਰ ਹੈ, ਕੁਟੰਬ ਹੈ। ਤੋ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਿਹੜਾ ਤੇਰਾ ਪਰਿਵਾਰ ਹੈ ਨਾ ਔਗਣਾਂ ਨਾਲ ਭਰਿਆ ਪਿਆ, ਹੇ ਮਨ, ਜਦੋਂ ਦੁੱਖ ਤੇ ਤਕਲੀਫ ਹੰਡਾਉਣੀ ਪਈ, ਇਹਨੇ ਤੇਰਾ ਸਾਥ ਨਹੀਂ ਦੇਣਾ, ਤੇਰਾ ਸਾਥੀ ਨਹੀਂ ਬਣੇਗਾ। ਜਿਹੜੇ ਮੰਦੇ ਕਰਮ ਤੂੰ ਮੰਦੇ ਖਿਆਲ ਹੰਢਾ ਰਿਹਾ ਤੇ ਸੜ ਰਿਹਾ ਹੈ ਤਕਲੀਫ ਵਿੱਚ, ਕਦੇ ਤੁਸੀਂ ਵੇਖਣਾ। ਇੱਕ ਉਦਾਹਰਣ ਦੇ ਰਿਹਾ ਹਾਂ ਇਸ ਗੱਲ ਲਈ। ਬੰਦੇ ਦਾ ਮਨ ਈਰਖਾ ਦੇ ਵਿੱਚ ਸੜਦਾ ਹੈ, ਕਿਉਂਕਿ ਆਪਾਂ ਸਾਰੇ ਹੀ ਇਸ ਔਗਣ ਨੂੰ ਥੋੜਾ ਜਾਂ ਬਹੁਤਾ ਕਿਤੇ ਨਾ ਕਿਤੇ ਹੰਡਾਉਂਦੇ ਹਾਂ ਤੇ ਇਸ ਗੱਲ ਤੋਂ ਆਪਾਂ ਅਵਗਤ ਹਾਂ, ਜਾਣੂ ਹਾਂ। ਈਰਖਾ 'ਚ ਸਾਡਾ ਮਨ ਬੇਚੈਨ ਹੁੰਦਾ, ਤਕਲੀਫ ਹੁੰਦੀ, ਪਰ ਅੱਖਾਂ ਨਹੀਂ ਦੁਖਣਗੀਆਂ ਕਿਸੇ ਦੀਆਂ ਈਰਖਾ 'ਚ। ਅੱਖਾਂ ਨਾਲ ਵੇਖ ਕੇ ਈਰਖਾ ਹੋਈ ਨਾ ਵੀ ਕਿਸੇ ਕੋਲ ਬਹੁਤ ਵੱਡੀ ਵਧੀਆ ਚੀਜ਼ ਆ ਗਈ, ਹਾਏ ਅਸੀਂ ਪਿੱਛੇ ਰਹਿ ਗਏ, ਉਹ ਅੱਗੇ ਲੰਘ ਗਏ, ਬੇਚੈਨੀ ਹੋ ਗਈ ਨਾ। ਅੱਖਾਂ ਤੇ ਨਹੀਂ ਦੁਖੀਆਂ, ਤਕਲੀਫ ਅੰਦਰ ਹੋ ਰਹੀ ਹੈ ਕਿ ਜਿਹਨੇ ਆ ਕੇ ਦੱਸਿਆ ਵੀ ਤੁਹਾਡਾ ਸ਼ਰੀਕ, ਤੁਹਾਡਾ ਗੁਆਂਢੀ, ਤੁਹਾਡਾ ਮਿੱਤਰ, ਉਹ ਤਾਂ ਬੜੀ ਚੜ੍ਹਾਈ ਚੜ੍ਹ ਗਿਆ, ਉਹਦੇ ਕੋਲ ਤਾਂ ਬੜੀਆਂ ਚੀਜ਼ਾਂ ਆ ਗਈਆਂ ਨੇ, ਉਹ ਤਾਂ ਬੜਾ ਅਮੀਰ ਹੋ ਗਿਆ, ਉਹਨੂੰ ਤਾਂ ਪ੍ਰਾਪਤੀ ਹੋ ਗਈ। ਉਹ ਹੁਣ ਗੱਲ ਤਾਂ ਸਿਰਫ ਕੰਨ ਥੋੜੀ ਦੁਖੇ, ਅੰਦਰ ਦੁਖੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ, ਇਸ ਦੁੱਖ ਦੇ ਵਿੱਚੋਂ ਹਿੱਸਾ ਨਹੀਂ ਵੰਡਾਇਆ ਕਿਸੇ ਗਿਆਨ ਇੰਦਰੇ ਨੇ, ਪਰ ਬਣੀ ਹੋਈ ਆਦਤ ਮੁਤਾਬਕ ਜਿਹੜੀ ਗੱਲ ਸਾਨੂੰ ਚੰਗੀ ਨਾ ਲੱਗੀ, ਉਹਨੇ ਤਕਲੀਫ ਮਨ ਨੂੰ ਜ਼ਰੂਰ ਦਿੱਤੀ, ਅੰਤਰ ਆਤਮੇ ਨੂੰ ਪਰੇਸ਼ਾਨੀ ਹੋਈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਕੁਝ ਦੁੱਖ ਨੇ ਜਿਹੜੇ ਕੁਦਰਤੀ ਤੌਰ ਉੱਤੇ ਮਨੁੱਖ ਦੇ ਹਿੱਸੇ ਵਿੱਚ ਆਉਂਦੇ ਨੇ। ਤਿੰਨ ਗੱਲਾਂ ਕਹੀਆਂ ਨੇ ਮਹਾਰਾਜ ਨੇ ਬਾਣੀ 'ਚ, ਆਦ, ਵਿਆਦ ਤੇ ਉਪਾਦ। ਕੁਝ ਦੁੱਖ ਨੇ ਮਾਨਸਿਕ,
ਕੁਝ ਦੁੱਖ ਨੇ ਸਰੀਰਕ ਤੇ ਕੁਝ ਦੁੱਖ ਨੇ ਕੁਦਰਤੀ। ਜਿਹੜੇ ਕੁਦਰਤੀ ਨੇ ਵੀ ਭੁਚਾਲ ਆ ਗਿਆ, ਤੂਫਾਨ ਆ ਗਿਆ, ਹਨੇਰ ਆ ਗਿਆ, ਇਹ ਬਹੁਤੀਆਂ ਗੱਲਾਂ ਸਾਡੇ ਕੰਟਰੋਲ ਵਿੱਚ ਨਹੀਂ, ਇਹਨਾਂ ਨੂੰ ਰੋਕਣਾ ਸਾਡੇ ਹੱਥ ਵੱਸ ਨਹੀਂ। ਇਹਨਾਂ ਤੋਂ ਅਸੀਂ ਚਾਹੀਏ ਜਿੰਨਾ ਕੁ ਪਤਾ ਪਹਿਲਾਂ ਲੱਗ ਜਾਏ, ਥੋੜਾ ਬਹੁਤ ਬਚਾ ਦੇ ਬੰਨ ਨੂੰ ਬੰਦਾ ਆਪਣੇ ਲਈ ਬੰਨ ਲੈਂਦਾ, ਪਰ ਇਹਨਾਂ ਚੀਜ਼ਾਂ ਨੂੰ ਰੋਕ ਨਹੀਂ ਸਕਦਾ ਜੋ ਕੁਦਰਤੀ ਤੌਰ ਉੱਤੇ ਹੈ। ਭਾਵ ਕੁਦਰਤ ਵਿੱਚ ਜਿਹੜੀ ਹਲਚਲ ਹੋ ਰਹੀ ਹੈ, ਇਸ ਨੂੰ ਰੋਕਣਾ ਸਾਡੇ ਕੰਟਰੋਲ ਦੀ ਗੱਲ ਨਹੀਂ। ਇਹ ਆਫਤ ਆਵੇ ਹੀ ਨਾ, ਇਹ ਸੰਭਾਵਨਾ ਸਾਡੇ ਹੱਥ ਵੱਸ ਨਹੀਂ ਹੈ। ਜਿਹੜੇ ਸਰੀਰਕ ਦੁੱਖ ਹਨ, ਇਹ ਕਿਉਂਕਿ ਅਸੀਂ ਪਦਾਰਥ ਭੋਗਦੇ ਹਾਂ, ਜਿਉਂਦੇ ਹਾਂ ਮਾਹੌਲ ਵਿੱਚ, ਹਰ ਤਰ੍ਹਾਂ ਦੇ ਉਹਦਾ ਇੰਪ੍ਰੈਸ਼ਨ ਸਾਡੇ ਉੱਤੇ ਜਿਸ ਤਰ੍ਹਾਂ ਦਾ ਵੀ ਪੈਂਦਾ ਹੈ, ਰਿਐਕਸ਼ਨ ਉਹ ਹੁੰਦਾ ਹੈ। ਜੋ ਅਸੀਂ ਖਾਧਾ ਉਹਦਾ ਰਿਐਕਸ਼ਨ ਹੋਣਾ ਹੈ, ਜੋ ਅਸੀਂ ਗਰਮੀ ਸਰਦੀ ਮਾਹੌਲ ਹੰਡਾਇਆ ਉਹਦਾ ਰਿਐਕਸ਼ਨ ਹੋਣਾ ਹੈ, ਜੋ ਪਹਿਨੇ ਆ, ਜੋ ਬੋਲਿਆ, ਜੋ ਹਰ ਇੱਕ ਚੀਜ਼ ਦਾ ਰਿਐਕਸ਼ਨ ਸਾਡੇ ਤੇ ਹੁੰਦਾ। ਉਹਦੇ ਚੋਂ ਕੁਝ ਅਸੀਂ ਘਟਾ ਸਕਦੇ ਹਾਂ ਪਰ ਪੂਰੇ ਨਹੀਂ। ਜੇ ਕੋਈ ਆਕੇ ਵੀ ਸਾਰੀ ਜ਼ਿੰਦਗੀ ਮੈਨੂੰ ਰੋਗ ਹੀ ਕੋਈ ਨਾ ਲੱਗੇ, ਰੰਚਕ ਮਾਤਰ ਵੀ, ਇਹ ਹੋ ਨਹੀਂ ਸਕਦਾ, ਕਿਉਂਕਿ ਸਰੀਰ ਹੈ ਇੱਕ ਮਸ਼ੀਨ ਦੀ ਤਰ੍ਹਾਂ। ਇਸਨੇ ਕਿੱਥੇ ਕਿਹੜੀ ਗੱਲ ਇਸ ਨੂੰ ਨਹੀਂ ਵਾਰਾ ਖਾਂਦੀ, ਸੂਟ ਨਹੀਂ ਕਰਦੀ, ਕਿਤੇ ਵੀ ਕੁਝ ਐਸਾ ਵਾਪਰ ਸਕਦਾ। ਤੀਸਰੇ ਹਨ ਜਿਹੜੇ ਸਾਡੇ ਮਾਨਸਿਕ ਦੁੱਖ ਹਨ, ਇਹਨਾਂ ਤੋਂ ਬਚਿਆ ਜਾ ਸਕਦਾ, ਇਹਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਹਨਾਂ ਤੋਂ ਮੁਕਤ ਹੋਣ ਦੀ ਜੁਗਤ ਤਕਨੀਕ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰਮਤਿ ਦੇ ਰਾਹੀਂ ਸਾਨੂੰ ਦੱਸਦੀ ਹੈ। ਉਹ ਹਨ ਵਿਆਪ, ਮਾਨਸਿਕ ਦੁੱਖ ਜਿਹੜੇ ਨੇ ਸਾਨੂੰ ਵਿਆਪਦੇ। ਤੋ ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਜਦੋਂ ਇਹ ਮਨ ਇੱਕ ਪਾਸੇ ਵੱਲ ਲੱਗ ਜਾਂਦਾ ਹੈ ਤੋ ਜੀਵਨ ਵਿੱਚ ਕਿਹੋ ਜਿਹਾ ਬਦਲਾਵ ਆਉਂਦਾ ਹੈ, ਜਿਸ ਨੂੰ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ। ਫਿਰ ਮਨ ਨੂੰ ਸੰਬੋਧਨ ਹੋਏ, ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਦਾ ਮਤਲਬ ਓੜਕ ਨੂੰ। ਫਿਰ ਅਖੀਰ ਵਿੱਚ ਉਹ ਕੰਮ ਕਰ ਚੁੱਕਣ ਤੋਂ ਬਾਅਦ ਪਛਤਾਈਏ। ਫਿਰ ਬਾਅਦ ਵਿੱਚ ਪਛਤਾਵਾ ਹੀ ਪੱਲੇ ਵੀ, ਹਾਏ ਜੇ ਨਾ ਕਰਦੇ ਤਾਂ ਚੰਗਾ ਸੀ, ਆਹ ਕੰਮ ਆਹ ਆਦਤ ਮੈਂ ਨਾ ਬਣਾਉਂਦਾ ਤੇ ਵਧੀਆ ਸੀ। ਹੁਣ ਤੇ ਪਛਤਾਵਾ ਹੀ ਹੋ ਸਕਦਾ ਹੈ ਨਾ ਉਹਦੇ ਬਾਰੇ। ਹੁਣ ਉਹਨੂੰ ਜੋ ਬੀਤ ਗਿਆ ਉਹਨੂੰ ਬਦਲਿਆ ਨਹੀਂ ਜਾ ਸਕਦਾ, ਉਹਦੇ ਬਾਰੇ ਪਛਤਾਵਾ ਹੀ ਹੋ ਸਕਦਾ ਹੈ ਤੇ ਅਗਾਂਹ ਦੀ ਸੇਧ ਲਈ ਜਾ ਸਕਦੀ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਇਹ ਮੇਰੇ ਮਨ ਸਤਿਗੁਰੂ ਦਾ ਉਪਦੇਸ਼ ਸੁਣ, ਜਿਹੜਾ ਤੇਰੇ ਨਾਲ ਰਹੇਗਾ, ਜਿਹੜਾ ਤੈਨੂੰ ਬਾਰ-ਬਾਰ ਸੁਚੇਤ ਕਰਦਾ ਰਹੇਗਾ ਵੀ ਵੇਖੀ ਮਨਾ ਆਹ ਕੰਮ ਨਾ ਕਰ, ਵੇਖੀ ਮਨਾ ਇਸ ਪਾਸੇ। ਮਨ ਨੂੰ ਬਾਰ-ਬਾਰ ਸੁਚੇਤ ਕੌਣ ਕਰੇਗਾ? ਗੁਰੂ ਦਾ ਉਪਦੇਸ਼। ਇੱਥੇ ਜਾ ਕੇ ਫਿਰ ਕਿਹਾ ਮਹਾਰਾਜ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਰੀਰਕ ਰੂਪ ਵਿੱਚ ਤਾਂ ਅਸੀਂ ਸਦਾ ਗੁਰੂ ਦੇ ਕੋਲ ਨਹੀਂ ਨਾ ਰਹਿ ਸਕਦੇ, ਪਰ ਮਾਨਸਿਕ ਔਰ ਆਤਮਿਕ ਤੌਰ ਤੇ ਅਸੀਂ ਸਦਾ ਗੁਰੂ ਦੀ ਨੇੜਤਾ ਨੂੰ ਹੰਢਾ ਸਕਦੇ ਹਾਂ, ਜਿਸ ਨੂੰ ਮਹਾਰਾਜ ਬਾਣੀ ਚ ਕਹਿੰਦੇ ਨੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਵ ਨਾ ਸਾਕੈ ਜਾਲੇ। ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥਮਨ। ਤੂੰ ਉਪਦੇਸ਼ ਰੂਪ ਵਿੱਚ, ਇਸੇ ਕਰਕੇ ਮਹਾਰਾਜ ਨੇ ਆਖਿਆ ਸਤਿਗੁਰ ਬਚਨ, ਬਚਨ ਹੈ ਸਤਿਗੁਰ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਬਾਣੀ ਦੇ ਰੂਪ ਵਿੱਚ ਹੈ ਤੇ ਇਹ ਸਦਾ ਤੇਰੇ ਨਾਲ ਰਹਿ ਸਕਦਾ, ਤੇਰੇ ਅੰਗ ਸੰਗ ਵਿਚਰ ਸਕਦਾ, ਹਰ ਜਗ੍ਹਾ ਤੇ ਤੈਨੂੰ ਸੁਚੇਤ ਕਰ ਸਕਦਾ ਹੈ। ਤੇਰੇ ਅਮਲ ਵਿੱਚ, ਤੇਰੇ ਕਰਮ ਵਿੱਚ ਗੁਰੂ ਆਪ ਵਸ ਜਾਂਦਾ ਹੈ। ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋੜੈ ਸੋ ਗੁਰ ਖੁਸ਼ੀ ਆਵੇ। ਇਹ ਬਹੁਤ ਮਹੱਤਵਪੂਰਨ ਨੁਕਤਾ ਹੈ ਸਿੱਖੀ ਦਾ, ਗੁਰਮਤਿ ਦਾ, ਵੀ ਸਿੱਖ ਨੇ ਗੁਰੂ ਨੂੰ ਆਪਣੇ ਅੰਦਰ, ਆਪਣੇ ਜੀਵਨ ਵਿੱਚ ਵਸਾ ਲੈਣਾ ਹੈ। ਗੁਰੂ ਨੇ ਸਿੱਖ ਦੇ ਕਰਮ ਰਾਹੀਂ ਪ੍ਰਗਟ ਹੋਣਾ ਹੈ ਸੰਸਾਰ ਦੇ ਅੰਦਰ। ਜਦੋਂ ਸਾਡੀ ਬਾਹਰੀ ਆਇਡੈਂਟੀਟੀ ਨੂੰ ਲੋਕ ਵੇਖਦੇ ਹਨ ਤਾਂ ਜ਼ਰੂਰ ਇਸ ਗੱਲ ਦਾ ਉਹ ਮਹਿਸੂਸ ਕਰਦੇ ਨੇ ਵੀ ਇਹ ਕੌਣ ਲੋਕ ਨੇ। ਬਾਕੀ ਸਾਰੇ ਮਤਾਂ ਨਾਲੋਂ, ਧਰਮਾਂ ਨਾਲੋਂ ਇਹਨਾਂ ਦਾ ਥੋੜਾ ਜਿਹਾ ਬਾਹਰੀ ਦਿੱਖ ਜਿਹੜੀ ਹੈ, ਬਾਹਰੀ ਪਹਿਰਾਵਾ ਜਿਹੜਾ ਹੈ, ਕੁਝ ਢੰਗ ਤਰੀਕੇ, ਰਸਮੋ ਰਿਵਾਜ, ਮਰਿਆਦਾ ਵੱਖਰੇ ਕਿਸਮ ਦੀ ਹੈ। ਉਤੋਂ ਫਿਰ ਜਦੋਂ ਕੋਈ ਸਾਨੂੰ ਇਹ ਕੁਐਸਚਨ ਕਰਦਾ ਹੈ, ਸਵਾਲ ਕਰਦਾ ਵੀ ਤੁਸੀਂ ਕੌਣ ਹੋ, ਤਾਂ ਅਸੀਂ ਉਹਨਾਂ ਨੂੰ ਆਪਣਾ ਧਰਮ ਦੱਸਦੇ ਹਾਂ, ਆਪਣੇ ਕਲਚਰ ਬਾਰੇ ਸੰਖੇਪ ਜਿਹੀਆਂ ਗੱਲਾਂ ਜਿੰਨੀਆਂ ਕੁ ਅਸੀਂ ਜਾਣਦੇ ਹੋਈਏ ਉਹ ਦੱਸਦੇ ਕਿ ਅਸੀਂ ਸਿੱਖ ਹਾਂ, ਸਾਡੇ ਆ ਗੁਰੂ ਨੇ, ਆ ਸਾਡਾ ਧਰਮ ਹੈ,
ਇਸ ਤਰ੍ਹਾਂ ਕਰਕੇ ਅਸੀਂ ਕੁਝ ਗੱਲਾਂ ਦੱਸ ਕੇ ਉਸ ਬੰਦੇ ਦੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਪ੍ਰਸ਼ਨ ਇਹ ਹੈ, ਇਹ ਤਾਂ ਹੈ ਸਾਡੀ ਬਾਹਰ ਦੀ ਆਇਡੈਂਟੀਟੀ, ਵੀ ਸਾਡੀ ਪਛਾਣ ਨੂੰ ਵੇਖ ਕੇ, ਸਾਡੀ ਬਾਹਰੀ ਸਰੂਪ ਨੂੰ ਵੇਖ ਕੇ ਉਸਨੇ ਸਾਨੂੰ ਪੁੱਛਿਆ ਵੀ ਤੁਸੀਂ ਕੌਣ ਹੋ। ਹੁਣ ਇਸ ਤੋਂ ਅਗਲੀ ਗੱਲ ਹੈ ਵੀ ਗੁਰੂ ਨੂੰ ਜੇ ਅਸੀਂ ਆਪਣੇ ਕਿਰਦਾਰ ਰਾਹੀਂ ਜਿਉਂਦੇ ਹਾਂ, ਆਪਣੇ ਜੀਵਨ ਵਿੱਚ ਜਗ੍ਹਾ ਦਿੰਦੇ ਹਾਂ, ਤਾਂ ਗੁਰੂ ਨੇ ਸਦਾ ਹੀ ਸਾਡੇ ਅੰਗ ਸੰਗ ਰਹਿ ਕੇ, ਇਹਨੂੰ ਅਸੀਂ ਕਹਿੰਦੇ ਹਾਂ ਵੀ ਅਸੀਂ ਗੁਰਮਤ ਦੇ ਦਾਅਵੇਦਾਰ ਹਾਂ। ਇੱਕ ਤਰ੍ਹਾਂ ਨਾਲ ਜਦੋਂ ਅਸੀਂ ਕਹਿ ਦਿੱਤਾ ਨਾ ਵੀ ਅਸੀਂ ਸਿੱਖ ਹਾਂ ਗੁਰੂ ਦੇ, ਤਾਂ ਦਾਅਵੇਦਾਰ ਹੋ ਗਏ ਅਸੀਂ ਸਿੱਖੀ ਦੇ। ਤੇ ਉਹ ਦਾਅਵੇਦਾਰ ਹੋਣ ਦੇ ਨਾਤੇ ਗੁਰੂ ਨੇ ਸਾਡੇ ਕਰਮ ਰਾਹੀਂ ਪ੍ਰਗਟ ਹੋਣਾ। ਜਿਵੇਂ ਕਿ ਉਦਾਹਰਨ ਦੇਣਾ ਵੀ ਅਸੀਂ ਕੋਈ ਬੀਜ ਬੀਜਦੇ ਹਾਂ ਕਿਸੇ ਜ਼ਮੀਨ ਵਿੱਚ, ਜਦੋਂ ਫਸਲ ਪੱਕ ਜਾਂਦੀ ਹੈ ਨਾ, ਉਹ ਪੱਕੀ ਹੋਈ ਫਸਲ ਤੋਂ ਅੰਦਾਜ਼ਾ ਲੱਗ ਜਾਂਦਾ ਵੀ ਬੀਜ ਕਿੰਨਾ ਕੁ ਵਧੀਆ ਸੀ ਤੇ ਜ਼ਮੀਨ ਕਿੰਨੀ ਕੁ ਚੰਗੀ ਸੀ। ਕਈ ਵਾਰ ਕਿਸਾਨ 10 ਖੇਤ ਬੀਜਦਾ, 10 ਕਿੱਲੇ ਬੀਜਦਾ, 10 ਵਿਗੇ ਬੀਜਦਾ, ਪਰ ਹਰ ਇੱਕ ਦੇ ਵਿੱਚੋਂ ਵੱਖਰੀ ਵੱਖਰੀ ਉਸ ਨੂੰ ਜਿਹੜੀ ਹੈ ਉਹਦੇ ਵਿੱਚੋਂ ਅਨਾਜ ਆਉਂਦਾ। ਕਿਸੇ ਚੋਂ ਜ਼ਿਆਦਾ ਝਾੜ ਨਿਕਲਦਾ, ਕਿਸੇ ਚੋਂ ਘੱਟ, ਕਿਸੇ ਚੋਂ ਉਦੋਂ ਘੱਟ, ਕਿਸੇ ਚੋਂ ਬਹੁਤ ਜ਼ਿਆਦਾ। ਉਹ ਕਿਹਦੇ ਦੇ ਹਿਸਾਬ ਨਾਲ ਵੀ ਬੀਜ ਇੱਕੋ ਜਿਹਾ ਹੀ ਪਾਇਆ, ਸਾਰਿਆਂ 'ਚ ਬੀਜ ਪਾਇਆ ਵੀ ਇੱਕੇ ਜਗ੍ਹਾ ਤੋਂ ਹੀ ਹੈ। ਇਹਦਾ ਮਤਲਬ ਆਹ ਜ਼ਮੀਨ ਚੰਗੀ ਹੈ, ਆਹ ਜ਼ਮੀਨ ਮਾੜੀ ਹੈ। ਆਹ ਜ਼ਮੀਨ ਸਭ ਤੋਂ ਚੰਗੀ ਹੈ ਜਿਸ ਵਿੱਚੋਂ ਸਭ ਤੋਂ ਵੱਧ ਅੰਨ ਨਿਕਲਿਆ। ਜ਼ਮੀਨ ਦਾ ਫਰਕ ਪੈ ਗਿਆ। ਇਸੇ ਤਰ੍ਹਾਂ ਗੁਰੂ ਦੀ ਗੁਰਮਤ ਇੱਕੋ ਜਿਹੀ ਹੈ। ਗੁਰਮਤ ਸਾਡੇ ਜੀਵਨ ਵਿੱਚ ਹੋਵੇ, ਇਸ ਗੱਲ ਦਾ ਅਹਿਸਾਸ ਵੀ ਕਿੰਨੇ ਕੁ ਅਸੀਂ ਗੁਰਮਤ ਨਾਲ ਹੈ ਸਾਡਾ ਕਰਮ ਦੱਸੇਗਾ। ਫਰਕ ਇਹ ਹੈ ਵੀ ਅਸੀਂ ਕੇਵਲ ਜ਼ਬਾਨੀ ਦੱਸਦੇ ਹਾਂ, ਗੁਰਮਤ ਕਹਿੰਦੀ ਹੈ ਕਰਮ ਦੱਸੇਗਾ ਵੀ ਹਿਰਦੇ ਦੀ ਤੇਰੀ ਜ਼ਮੀਨ ਕਿੰਨੀ ਕੁ ਚੰਗੀ ਨਿਕਲੀ, ਕਿੰਨੀ ਤੂੰ ਗੁਰਮਤ ਕਮਾ ਸਕਿਆ ਹੈ, ਤੇਰੀ ਕਿੰਨੀ ਕੁ ਕਪੈਸਿਟੀ ਸੀ, ਕਿੰਨੀ ਕੁ ਨੇੜਤਾ ਸੀ ਗੁਰੂ ਦੇ ਨਾਲ ਤੇਰੀ। ਇਥੋਂ ਇਹ ਗੱਲ ਦਾ ਪ੍ਰਮਾਣ ਮਿਲੇਗਾ ਜਿੰਨੀ ਅਸੀਂ ਉਸ ਨੂੰ ਜੀਵੇ। ਅਸੀਂ ਅਰਦਾਸ ਵਿੱਚ ਉਹਨਾਂ ਸਤਿਪੁਰਖਾਂ ਨੂੰ ਕਿਉਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਗੁਰੂ ਦੀ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਨਾਲ ਨਿਭਾਇਆ? ਕਿਉਂਕਿ ਅਖੀਰ ਹੁੰਦੀ ਹੈ। ਇਹ ਸਭ ਤੋਂ ਵੱਡਾ ਪ੍ਰਮਾਣ ਹੈ ਵੀ ਕੇਸਾਂ ਤੇ ਸਵਾਸਾਂ ਦੇ ਨਾਲ, ਸਰੂਪ ਤੇ ਜੀਵਨ ਦੇ ਸਾਰੀ ਕਿਰਿਆ ਦੇ ਨਾਲ ਗੁਰੂ ਦੀ ਸਿੱਖੀ ਨੂੰ ਉਹਨਾਂ ਨੇ ਤੋੜ ਤੱਕ ਨਿਭਾ ਕੇ ਇਸ ਗੱਲ ਦਾ ਪ੍ਰਮਾਣ ਦੇ ਦਿੱਤਾ ਵੀ ਇਹ ਸਾਡੀ ਜ਼ਿੰਦਗੀ ਦਾ ਨਿਚੋੜ ਹੈ। ਅਸੀਂ ਇੰਨਾ ਮੰਨਿਆ ਸਿੱਖੀ ਨੂੰ, ਇੰਨਾ ਜੀਵਿਆ ਹੈ ਸਿੱਖੀ ਨੂੰ ਵੀ ਅਸੀਂ ਆਪਣੇ ਸਰੀਰ ਦੀ, ਆਪਣੇ ਵਜੂਦ ਦੀ ਪਰਵਾਹ ਵੀ ਛੱਡ ਦਿੱਤੀ। ਇਸੇ ਕਰਕੇ ਯਾਦ ਕਰਦੇ ਹਾਂ ਕਿਉਂਕਿ ਉਹ ਸਾਡੇ ਲਈ ਚਾਨਣ ਮੁਨਾਰਾ ਹਨ। ਉਹਨਾਂ ਵੱਲ ਵੇਖ ਕੇ ਸਾਨੂੰ ਲੱਗਦਾ ਹੈ ਵੀ ਇਸ ਰੂਪ ਵਿੱਚ ਵੀ ਕੋਈ ਸਿੱਖ ਆਪਣੇ ਗੁਰੂ ਨੂੰ ਜੀ ਸਕਦਾ, ਹੰਢਾ ਸਕਦਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਮਨ ਇਸ ਦਿਸ਼ਾ ਵਿੱਚ ਲੱਗ ਜਾਏ ਤੋ ਬਾਰਸ 12 ਉਗਵੈ ਸੂਰ। ਤੋ ਕਬੀਰ ਸਾਹਿਬ ਕਹਿੰਦੇ ਮਨ ਨੂੰ ਜਿਵੇਂ 12 ਸੂਰਜ ਚੜ ਜਾਣ ਜੀਵਨ 'ਚ, ਭਾਵ ਇੰਨਾ ਚਾਨਣ ਹੋ ਜਾਏ। ਇੱਕ ਪ੍ਰਮਾਣ ਹੈ ਵੀ ਇੰਨਾ ਚਾਨਣ ਫਿਰ ਜੀਵਨ ਵਿੱਚ ਪਸ ਜਾਂਦਾ ਹੈ, ਭਾਵ ਸਾਡੇ ਅੰਦਰ ਆਤਮ ਗਿਆਨ ਦੀ ਰੋਸ਼ਨੀ ਹੋ ਜਾਂਦੀ, ਜਿਸ ਨੂੰ ਅਸੀਂ ਕਹਿੰਦੇ ਹਾਂ ਸਵੈ ਚੇਤਨਾ ਆ ਜਾਂਦੀ ਹੈ, ਜਿਸ ਨੂੰ ਕਹਿੰਦੇ ਹਾਂ ਵਿਵੇਕ ਬੁੱਧ ਪੈਦਾ ਹੋ ਜਾਂਦੀ ਹੈ। ਅੰਦਰ ਚਾਨਣ ਪਸਰ ਜਾਂਦਾ, ਹਨੇਰਾ ਨਹੀਂ ਰਹਿ ਜਾਂਦਾ, ਅਗਿਆਨਤਾ ਮੁੱਕ ਜਾਂਦੀ ਹੈ। ਐਹਨਿਸ ਬਾਜੇ ਅਨਹਦ ਤੂਰ। ਐਹ ਨਿਸ, ਐਹ ਕਹਿੰਦੇ ਨੇ ਦਿਨ ਨੂੰ ਤੇ ਨਿਸ ਕਹਿੰਦੇ ਨੇ ਰਾਤ ਨੂੰ। ਬਾਜੇ ਦਾ ਮਤਲਬ ਵੱਜਦੇ ਹਨ। ਅਨਹਦ, ਅਨ ਜਿਸ ਦੀ ਹੱਦ ਕੋਈ ਨਾ ਹੋਵੇ, ਅਨਹਦ ਇੱਕ ਰਸ ਲਗਾਤਾਰ ਕੋਈ ਵਾਜਾ ਵੱਜੀ ਜਾਏ। ਤੂਰ ਕਹਿੰਦੇ ਹਨ ਤੁਰੀ ਨੂੰ, ਭੇਰੀ ਨੂੰ, ਰਣ ਸਿੰਘੇ ਨੂੰ, ਉਹਨੂੰ ਕਹਿੰਦੇ ਨੇ ਤੁਰੀ। ਔਰ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਵੇਂ ਮੰਨ ਲਓ ਵੀ ਇੱਕ ਰਸ ਕੋਈ ਸੰਗੀਤ ਵਾਜੇ ਦੇ ਰਾਹੀਂ, ਰਣ ਸਿੰਘੇ ਦੇ ਰਾਹੀਂ, ਭੇਰੀ ਦੇ ਰਾਹੀਂ, ਤੂਤੀ ਦੇ ਰਾਹੀਂ ਲਗਾਤਾਰ ਉਹ ਵਜਾ ਰਿਹਾ ਹੋਵੇ, ਜਿਵੇਂ ਉਹਦੀ ਆਵਾਜ਼ ਦੀ ਲੈਅ ਨਹੀਂ ਟੁੱਟਦੀ, ਜਿਵੇਂ ਉਹਦੀ ਆਵਾਜ਼ ਵਿੱਚ ਖਲਲ ਨਹੀਂ ਪੈਂਦਾ। ਕਹਿੰਦੇ ਨੇ ਇਸ ਤਰ੍ਹਾਂ ਜੀਵਨ ਦੇ ਅੰਦਰ ਇੱਕ ਰਸ ਲਗਾਤਾਰ ਉਸ ਕਰਤੇ ਦੇ ਹੁਕਮ ਦਾ ਸੰਗੀਤ, ਨਾਦ ਗੂੰਜਦਾ ਰਹਿੰਦਾ ਹੈ। ਜੀਵਨ ਅੰਦਰ ਉਸ ਕਰਤੇ ਦੇ ਹੁਕਮ ਦਾ ਨਾਦ ਇਵੇਂ ਜੀਵਨ ਵਿੱਚ ਗੂੰਜਦਾ ਹੈ, ਜਿਹੜਾ ਕਿ ਬਾਕੀ ਸਾਰੀ ਕੁਦਰਤ ਵਿੱਚ ਉਹਦੇ ਨਾਲ ਸੁਰ ਰਲ ਗਏ। ਇਸ ਭਾਵ ਨੂੰ ਸਮਝੀਏ। ਗੁਰੂ ਨਾਨਕ ਸਾਹਿਬ ਇਹਦਾ ਜ਼ਿਕਰ ਉਸ ਸ਼ਬਦ ਵਿੱਚ ਕਰਦੇ ਨੇ ਜਿਹੜਾ ਅਸੀਂ 16 ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ। ਅਨਹਤਾ ਸ਼ਬਦ ਵਾਜੰਤ ਭੇਰੀ। ਕਿਉਂਕਿ ਆਰਤੀ ਕਰਨ ਲੱਗਿਆਂ ਭੇਰੀਆਂ ਵਜਾਈਆਂ ਜਾਂਦੀਆਂ ਸਨ, ਰਣ ਸਿੰਘੇ, ਘੜਿਆਲ, ਸ਼ੰਖ,
ਢੋਲਕ ਮਿਰਦੰਗ ਛੈਣੇ ਇਹ ਸਾਰਾ ਕੁਝ ਗਾਇਆ ਵਜਾਇਆ ਜਾਂਦਾ ਸੀ, ਔਰ ਇਹਨਾਂ ਸਾਜ਼ਾਂ ਦੇ ਰਾਹੀਂ ਫਿਰ ਭਜਨ ਗਾਏ ਜਾਂਦੇ ਸਨ। ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਉਸ ਕਰਤੇ ਦੀ ਭੇਰੀ ਜਿਹੜੀ ਹੈ, ਹੁਕਮ ਰੂਪ ਭੇਰੀ, ਉਹ ਤਾਂ ਸਦਾ ਹੀ ਵੱਜ ਰਹੀ ਹੈ। ਉਹਦੀ ਕਦੇ ਲੈ ਟੁੱਟਦੀ ਨਹੀਂ, ਉਹਦਾ ਕਦੇ ਨਾਦ ਬੰਦ ਨਹੀਂ ਹੁੰਦਾ। ਬਸ ਉਸ ਨੂੰ ਮਹਿਸੂਸ ਕਰਕੇ ਵੇਖੋ, ਜਿਹਨੂੰ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਤੁਸੀਂ ਵੇਖੋ ਹਰ ਜਗ੍ਹਾ ਦੇ ਉੱਤੇ ਉਸ ਕਰਤੇ ਦਾ ਨਾਦ ਹੀ ਬੋਲ ਵਾਂਗ ਗੂੰਜ ਰਿਹਾ ਹੈ। ਤੁਸੀਂ ਮਹਿਸੂਸ ਕਰੋ। ਇਸ ਨੂੰ ਵਿਣ ਕੰਨਾਂ ਸੁਣਨਾ ਵੀ ਕਿਹਾ ਗੁਰੂ ਨਾਨਕ ਮਹਾਰਾਜ ਨੇ। ਬਿਨਾਂ ਕੰਨਾਂ ਤੋਂ ਸੁਣ ਕੇ ਵੇਖੋ, ਭਾਵ ਇਹਨਾਂ ਸਥੂਲ ਕੰਨਾਂ ਦੇ ਨਾਲ ਨਹੀਂ ਸੁਣੇਗਾ, ਅਨੁਭਵ ਨਾਲ, ਮਨ ਦੇ ਕੰਨ ਨਾਲ ਸੁਣ ਕੇ ਵੇਖੋ। ਸੁਰਤੀ ਦੇ ਰਾਹੀਂ ਤੁਸੀਂ ਇਸ ਨੂੰ ਮਹਿਸੂਸ ਕਰਕੇ ਵੇਖੋ। ਅਕਾਲ ਪੁਰਖ ਦੇ ਹੁਕਮ ਦਾ ਪਸਾਰਾ ਸਾਰੀ ਜਗ੍ਹਾ ਤੇ ਇੱਕ ਰਸ ਹੈ, ਔਰ ਉਹਦੇ 'ਚ ਕੋਈ ਵਿਘਨ ਨਹੀਂ ਪੈਂਦਾ। ਤੂੰ ਕਹਿੰਦੇ ਨੇ ਕਬੀਰ ਸਾਹਿਬ, ਦੇਖਿਆ ਤਿਹੂ ਲੋਕ ਕਾ ਪੀਓ। ਪੀਓ ਦਾ ਅਰਥ ਹੁੰਦਾ ਹੈ ਪ੍ਰੀਤਮ, ਮਾਲਕ, ਪਿਆਰਾ। ਤਿੰਨਾਂ ਲੋਕਾਂ ਦਾ ਮਾਲਕ ਪਿਆਰਾ ਫਿਰ ਸਾਰੀਆਂ ਜਗ੍ਹਾ ਦੇ ਉੱਤੇ ਵਸਦਾ ਹੋਇਆ ਇਹ ਮਨ ਮਹਿਸੂਸ ਕਰਨ ਲੱਗ ਪੈਂਦਾ ਹੈ, ਅਨੁਭਵ ਕਰਦਾ ਹੈ। ਔਰ ਕਹਿੰਦੇ ਨੇ ਅਚਰਜ ਭਇਆ। ਫਿਰ ਏਡੀ ਵੱਡੀ ਅਚਰਜ ਵਾਲੀ ਗੱਲ ਹੋਈ, ਏਡੀ ਵੱਡੀ ਹੈਰਾਨਗੀ ਭਰਿਆ ਵਰਤਾਰਾ ਜੀਵਨ ਵਿੱਚ ਵਾਪਰਿਆ ਕਿ ਜੀਵ ਤੇ ਸਿਓ। ਕਹਿੰਦੇ ਨੇ ਇਹ ਜੀਵ ਉਹ ਸ਼ਿਵ ਰੂਪ, ਭਾਵ ਚੇਤਨ ਰੂਪ ਅਕਾਲ ਪੁਰਖ ਦਾ ਰੂਪ ਬਣ ਗਿਆ। ਇਹ ਜਿਹੜਾ ਜੀਵ ਹੈ, ਇਹ ਮਨੁੱਖ ਜਿਹੜਾ ਹੈ, ਜਦੋਂ ਇਸ ਤਰ੍ਹਾਂ ਆਪਣੇ ਮਨ ਅੰਦਰ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰਦਿਆਂ ਕਰਦਿਆਂ ਉਸ ਰੱਬ ਦੇ ਗੁਣਾਂ ਦਾ ਚਾਨਣੇ ਦੇ ਅੰਦਰ ਪਸਰ ਜਾਂਦਾ ਹੈ, ਸੁਭਾਅ ਅੰਤਰਾਤਮੇ ਤੋਂ ਬਦਲ ਜਾਂਦਾ ਹੈ, ਫਿਰ ਇਹ ਜੀਵ ਹੌਲੀ 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 ਉਸ ਕਰਤੇ ਦਾ ਅੰਦਰੋਂ ਰੂਪ ਹੋ ਜਾਂਦਾ ਹੈ। ਭਾਵ ਮਨ ਪੂਰੀ ਤਰ੍ਹਾਂ ਰੱਬ ਦੇ ਗੁਣਾਂ ਵਿੱਚ ਜੁੜ ਜਾਂਦਾ ਹੈ, ਇੱਕ ਸੁਰ ਹੋ ਜਾਂਦਾ ਹੈ, ਜਿਸ ਨੂੰ ਸਤਿਗੁਰੂ ਜੀ ਰੱਬੀ ਮਿਲਾਪ ਕਹਿੰਦੇ ਹਨ। ਤੋ ਇਸ ਤੋਂ ਅੱਗੇ 13ਵੀਂ ਥਿਤ ਬਾਬਤ ਹੈ, 13 ਅਗੰਮ ਬਖਾਣ। ਤੋ ਕਬੀਰ ਸਾਹਿਬ ਆਖਦੇ ਨੇ ਫਿਰ ਇਹ ਮਨ ਬਖਾਣਦਾ ਹੈ, ਬਿਆਨ ਕਰਦਾ ਹੈ ਉਸ ਅਗੰਮ ਅਪਹੁੰਚ ਪ੍ਰਭੂ ਦੀ ਸਿਫਤ। ਅਗੰਮ ਦਾ ਅਰਥ ਹੁੰਦਾ ਜਿੱਥੋਂ ਤੱਕ ਬੁੱਧੀ ਦੀ ਪਹੁੰਚ ਨਾ ਹੋਵੇ। ਦੋ ਸ਼ਬਦ ਆਉਂਦੇ ਨੇ, ਅਗੰਮ, ਅਗੋਚਰਾ, ਤੇਰਾ ਅੰਤ ਨਾ ਪਾਇਆ। ਅਗੰਮ ਦਾ ਅਰਥ ਹੈ ਜਿਹੜੀ ਬੁੱਧੀ ਦੇ ਨਾਲ, ਕੇਵਲ ਬੌਧਿਕ ਪੱਧਰ ਨਾਲ ਜਿਸ ਨੂੰ ਸੁਲਝਾਇਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਤੇ ਅਗੋਚਰ ਦਾ ਅਰਥ ਹੈ ਜਿੱਥੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ। ਹੁਣ ਜੇ ਕੋਈ ਆਖੇ ਮੈਂ ਅੱਖਾਂ ਨਾਲ ਰੱਬ ਵੇਖਿਆ ਤਾਂ ਗੁਰਮਤ ਨਹੀਂ ਮੰਨੇਗੀ, ਭਾਵੇਂ ਬਾਕੀ ਸਾਰੀ ਦੁਨੀਆ ਮੰਨ ਲਵੇ, ਕਿਉਂਕਿ ਅਗੋਚਰ ਹੈ। ਅਗੋਚਰ ਦਾ ਅਰਥ ਹੀ ਹੈ ਅਗੋਚਰ, ਜਿੱਥੋਂ ਤੱਕ ਸਾਡੇ ਗਿਆਨ ਇੰਦਰੇ ਪਹੁੰਚ ਨਹੀਂ ਰੱਖਦੇ, ਜਿੱਥੋਂ ਤੱਕ ਇਹ ਅੱਖ ਉਸ, ਕਿਉਂਕਿ ਉਹਦਾ ਰੂਪ ਕੋਈ ਨਹੀਂ। ਅੱਖ ਰੂਪ ਵੇਖ ਸਕਦੀ ਹੈ, ਬਣਤਰ ਵੇਖ ਸਕਦੀ ਹੈ, ਬਣਤਰ ਤੋਂ ਬਿਨਾਂ ਕਿਸੇ ਚੀਜ਼ ਨੂੰ ਨਹੀਂ ਵੇਖ ਸਕਦੀ। ਤੋ ਜਿਹਦੀ ਬਣਤਰ ਹੀ ਨਹੀਂ ਉਹਨੂੰ ਤੁਸੀਂ ਦੇਖਣ ਦਾ ਦਾਅਵਾ ਕਰੋ, ਬਾਕੀ ਤੇ ਸਾਰੇ ਯਕੀਨ ਕਰ ਸਕਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਇਹ ਕਹਿੰਦਾ, ਜਿਹਦਾ ਸਰੂਪ ਨਹੀਂ ਸੀ, ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਉ ਗੁਣ ਤੇ ਪ੍ਰਭੇ ਨੂੰ ਇਸ ਸਥੂਲ ਅੱਖ ਨੇ ਵੇਖ ਕਿਵੇਂ ਲਿਆ? ਹੋ ਹੀ ਨਹੀਂ ਸਕਦਾ। ਕੋਈ ਆਖੇ ਮੈਂ ਰੱਬ ਦੀ ਆਵਾਜ਼ ਸੁਣ ਕੇ ਆਇਆ, ਹੋ ਨਹੀਂ ਸਕਦਾ। ਕੋਈ ਆਖੇ ਮੈਂ ਰੱਬ ਨੂੰ ਛੂ ਕੇ ਵੇਖਿਆ, ਗਿਆਨ ਇੰਦਰਾ ਹੈ, ਨਹੀਂ ਛੂ ਸਕੇਗਾ। ਭਾਵ ਉਹਦੀ ਪਹੁੰਚ ਜਿਹੜੀ ਹੈ ਨਾ ਬੁੱਧੀ ਨਾਲ ਹੈ, ਬੌਧਿਕ ਪੱਧਰ ਨਾਲ, ਤੇ ਨਾ ਪੰਜੇ ਗਿਆਨ ਇੰਦਰੀਆਂ ਨਾਲ ਹੈ। ਦੇਖੋ ਕਿੱਡਾ ਵੱਡਾ ਭਰਮ ਸਾਡਾ ਗੁਰਮਤਿ ਨੇ ਦੂਰ, ਜਿਹੜਾ ਦਿਸ ਰਿਹਾ ਤੁਹਾਨੂੰ ਇਹ ਸਰਗੁਣ ਸਰੂਪੀ ਹੈ ਸੰਸਾਰ ਦਾ ਪਸਾਰਾ। ਨਿਰਗੁਣ ਸਰਗੁਣ ਨਿਰੰਕਾਰ ਸ਼ੁਨ ਸਮਾਧੀ ਆਪ, ਆਪਨੇ ਕੀਆ ਨਾਨਕ ਆਪੇ ਹੀ ਫਿਰ ਜਾ। ਪਰ ਜੇ ਕੋਈ ਆਖੇ ਵੀ ਮੈਂ ਅੱਜ ਰੱਬ ਵੇਖਿਆ, ਮੈਂ ਰੱਬ ਨੂੰ ਛੂ ਕੇ ਆਇਆ, ਮੈਂ ਰੱਬ ਦੀ ਗੱਲ ਸੁਣ ਕੇ ਆਇਆ, ਤਾਂ ਉਹ ਮਨੁੱਖ ਕਿਸੇ ਆਕਾਰਧਾਰੀ ਚੀਜ਼ ਨੂੰ ਰੱਬ ਬਣਾ ਕੇ ਉਸ ਅਕਾਲ ਨੂੰ ਕਾਲ ਸਮੇਂ ਦੇ ਵਿੱਚ ਬੰਨਣਾ ਚਾਹੁੰਦਾ ਹੈ, ਭੇਤ ਨੂੰ ਸਮਝਣਾ। ਜੋ ਵੀ ਆਕਾਰਧਾਰੀ ਚੀਜ਼ ਹੈ ਉਹਦੇ ਉੱਤੇ ਸਮਾਂ ਲਾਗੂ ਹੈ ਤੇ ਸਮਾਂ ਉਹਨੂੰ ਖਾ ਜਾਏਗਾ, ਉਹ ਪੁਰਾਣੀ ਹੋਏਗੀ, ਮਰ ਜਾਏਗੀ। ਪਰ ਗੁਰਮਤਿ ਨੇ ਆਖਿਆ ਸੱਚ ਪੁਰਾਣਾ ਹੋਵੇ ਨਹੀਂ। ਸੱਚ ਨੂੰ ਸਮਾਂ ਨਹੀਂ ਹੰਢਾ ਸਕਦਾ। ਉਹ ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ। ਇਹੀ ਕਾਰਨ ਹੈ ਇਸ ਸਿਧਾਂਤ ਦੀ ਰੋਸ਼ਨੀ ਵਿੱਚ ਹੀ ਮਹਾਰਾਜ ਨੇ ਉਹਨਾਂ ਧਾਰਮਿਕ ਹਸਤੀਆਂ ਨੂੰ ਰੱਬ ਮੰਨਣ ਤੋਂ ਇਨਕਾਰ ਹੀ ਕਰ ਦਿੱਤਾ। ਆਖਿਆ ਨਹੀਂ,
ਕੋਈ ਕਿਸੇ ਕੁੱਲ 'ਚ ਪੈਦਾ ਹੋਵੇ, ਕੋਈ ਕਿੰਨੀਆਂ ਕਲਾ ਭਗਵਾਨ ਰਖਵਾਏ, ਉਹ ਰੱਬ ਨਹੀਂ ਹੋ ਸਕਦੇ। ਸਧਾਰਨ ਬੰਦਿਆਂ ਨੂੰ ਤੁਸੀਂ ਰੱਬ ਨਹੀਂ ਬਣਾ ਸਕਦੇ। ਗੁਰਮਤਿ ਦਾ ਸਿਧਾਂਤ ਬੜਾ ਨਵੇਕਲਾ ਤੇ ਬੜਾ ਵੱਖਰਾ ਹੈ। ਤੋ ਅਸੀਂ ਇੱਕ ਬਚਨ ਪੜ੍ਹਦੇ ਹਾਂ, ਕਲਗੀਧਰ ਸਾਹਿਬ ਨੇ ਸਾਨੂੰ ਆਗਿਆ ਕੀਤੀ ਵੀ ਪੂਜਾ ਕਿਹਦੀ ਕਰਨੀ ਹੈ? ਅਕਾਲ ਦੀ, ਜਿਹੜਾ ਸਮੇਂ ਦੀ ਬੰਦਸ਼ ਹੀ ਨਹੀਂ। ਤੇ ਸਮੇਂ ਦੀ ਬੰਦਸ਼ ਵਿੱਚ ਕੌਣ ਨਹੀਂ ਹੋਏਗਾ ਜਿਹਦਾ ਆਕਾਰ ਕੋਈ ਨਹੀਂ, ਜਿਹਦਾ ਆਕਾਰ, ਜਿਹਦੀ ਬਣਤਰ, ਜਿਹਦਾ ਸਰੂਪ ਨਹੀਂ। ਹੁਣ ਉਹਦੀ ਪੂਜਾ, ਆਕਾਰ ਵਾਲੀ ਚੀਜ਼ ਦੀ ਤਾਂ ਤੁਸੀਂ ਪੂਜਾ ਕਰ ਸਕਦੇ ਹੋ ਵੀ ਫੁੱਲ ਲੈ ਆਓ, ਹੋਰ ਚੀਜ਼ਾਂ ਬਣਾ ਕੇ ਲੈ ਆਓ, ਉਹਨੂੰ ਭੋਗ ਲਵਾ ਲੈ, ਬਾਕੀ ਚੀਜ਼ਾਂ। ਪਰ ਜਿਹੜਾ ਅਕਾਲ ਹੈ, ਕਾਲ ਤੋਂ ਰਹਿਤ ਹੈ, ਸਰੂਪ ਤੋਂ ਰਹਿਤ ਹੈ, ਬਣਤਰ ਤੋਂ ਰਹਿਤ ਹੈ, ਨਿਰਾਕਾਰ ਹੈ, ਤੂੰ ਸਦਾ ਸਲਾਮਤ ਨਿਰੰਕਾਰ, ਉਹਦੀ ਪੂਜਾ ਲਈ ਕਿਹੜੀ ਸਮੱਗਰੀ ਵਰਤੋਂਗੇ? ਭੇਤ ਦੀ ਗੱਲ ਹੋ ਗਈ ਨਾ ਕਿ ਪੂਜਾ ਅਕਾਲ ਕੀ। ਅਕਾਲ ਦੀ ਪੂਜਾ ਸੇਵਕ ਨੇ, ਸਿੱਖ ਨੇ ਕਰਨੀ ਹੈ। ਉਹ ਪੂਜਾ ਇਸ ਸਮੱਗਰੀ ਨਾਲ ਨਹੀਂ ਹੋਏਗੀ। ਹੁਣ ਬਾਣੀ ਚੋਂ ਸਮਝੀਏ, ਤਨ ਮਨ ਅਰਪਉ ਪੂਜ ਚੜਾਵਉ ਗੁਰ ਪ੍ਰਸਾਦ ਨਿਰੰਜਨ ਪਾਉ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਆਪਣੇ ਤਨ ਤੋਂ, ਆਪਣੇ ਮਨ ਤੋਂ, ਆਪਣੇ ਜੀਵਨ ਵਿੱਚ ਉਹਦੀ ਯਾਦ, ਉਹਦਾ ਚਿੰਤਨ ਵਸਾ ਕੇ ਉਹਦੇ ਗੁਣਾਂ ਨੂੰ, ਉਹਦੇ ਹੁਕਮ ਨੂੰ ਸਮਰਪਿਤ ਹੋਣਾ, ਇਹ ਹੈ ਪੂਜਾ ਕਰਨੀ। ਅਦਬ, ਮਨ ਅੰਦਰ ਅਦਬ ਰੱਖਣਾ, ਉਹਦੇ ਗੁਣ ਤੇ ਉਹਦੇ ਹੁਕਮ ਨੂੰ ਜੀਣਾ, ਇਸ ਨੂੰ ਗੁਰੂ ਗ੍ਰੰਥ ਸਾਹਿਬ ਪੂਜਾ ਕਹਿੰਦੇ ਨੇ। ਸਮੱਗਰੀ ਨਾਲ ਪੂਜਾ ਨਹੀਂ ਕਹਿ ਰਿਹਾ, ਸਮੱਗਰੀ ਰੱਖੋ ਤੇ ਪੂਜਾ ਕਰੋ। ਉਹ ਤਾਂ ਦ੍ਰਿਸ਼ਟਮਾਨ ਚੀਜ਼ ਦੀ ਹੋ ਸਕਦੀ ਹੈ, ਅਦ੍ਰਿਸ਼ਟ ਦੀ, ਅਦੇਖ ਦੀ, ਅਕਾਲ ਦੀ ਔਰ ਨਿਰਾਕਾਰ ਦੀ ਕਿਸੇ ਵੀ ਸਮੱਗਰੀ ਨਾਲ ਪੂਜਾ ਨਹੀਂ ਹੋ ਸਕਦੀ। ਇਸ ਵਾਸਤੇ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਬੜੀਆਂ ਸੂਖਮ ਵੀ ਨੇ ਔਰ ਸਮਝਣ ਵਾਲੀਆਂ ਨੇ, ਜਿਨ੍ਹਾਂ ਤੋਂ ਬਿਨਾਂ ਸਾਡੇ ਭਰਮ ਭੇਦ ਜਿਹੜੇ ਹਨ ਉਹ ਦੂਰ ਨਹੀਂ ਹੋ ਸਕਦੇ। ਔਰ ਇਹ ਸਾਰੇ ਸ਼ਬਦ ਸਾਡੇ ਸਾਹਮਣੇ ਰੋਜ਼ ਆਉਂਦੇ ਨੇ। ਅਸੀਂ ਜਦੋਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਤੇ ਬਚਨ ਪੜ੍ਹ ਕੇ ਹੀ ਜਾਂਦੇ ਹਾਂ, ਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਹੁਣ ਜਿਹਨੂੰ ਤੁਸੀਂ ਇੰਦਰੀਆਂ ਤੱਕ ਜਿਹਦੇ ਨਾਲ ਪਹੁੰਚ ਬਣਾ ਲਓ ਨਾ, ਉਹਨੂੰ ਕਾਫੀ ਹੱਦ ਤੱਕ ਬੰਦਾ ਜਾਣ ਲੈਂਦਾ। ਸਮੁੰਦਰ ਦੀਆਂ ਡੂੰਘਾਈਆਂ ਨੂੰ ਜਾਣ ਲਿਆ ਨਾ ਤੁਸੀਂ, ਕਿਉਂਕਿ ਤੁਹਾਡੇ ਇੰਦਰੀਆਂ ਤੱਕ ਪਹੁੰਚ ਸੀ ਉਹਦੀ। ਤੁਸੀਂ ਉਹ ਉਚਾਈਆਂ ਨੂੰ ਮਾਨਣਾ ਸ਼ੁਰੂ ਕਰ ਦਿੱਤਾ ਨਾ ਵੀ ਤੋਂ ਸੂਰਜ ਕਿੰਨੀ ਕੁ ਦੂਰੀ ਦੇ ਉੱਤੇ ਹੈ, ਤੁਸੀਂ ਅੰਦਾਜ਼ਾ ਤੇ ਲਾ ਹੀ ਲਿਆ ਨਾ। ਕਿਹੜਾ ਗ੍ਰਹਿ ਕਿੱਥੋਂ ਕਿੰਨਾ ਹੈ, ਤੁਸੀਂ ਅੰਦਾਜ਼ਿਆਂ ਦੇ ਨਾਲ ਉਹਨੂੰ ਅਜੇ ਮਾਪ ਲਿਆ, ਤੇ ਸ਼ਾਇਦ ਤੁਸੀਂ ਉਹਨੂੰ ਆਪਣੇ ਗਿਆਨ ਇੰਦਰੀਆਂ ਦੀ ਪਹੁੰਚ ਰਾਹੀਂ ਅਸਲੀਅਤ ਵਿੱਚ ਵੀ ਮਾਪ ਲਵੋ। ਬੰਦੇਜ ਥੋੜੀ ਹੈ, ਅੱਗੇ ਤੋਂ ਅੱਗੇ ਕੰਮ ਚੱਲੀ ਜਾ ਰਿਹਾ। ਪਰ ਜਿਹੜਾ ਅੰਤ ਵਿੱਚ ਨਹੀਂ ਆਉਂਦਾ, ਸਮਝੋ ਗਿਆਨ ਇੰਦਰੀਆਂ ਦੀ ਪਹੁੰਚ ਵਿੱਚ ਹੀ ਨਹੀਂ। ਤਾਂ ਗਿਆਨ ਇੰਦਰੀਆਂ ਦੀ ਪਹੁੰਚ ਵਿੱਚ ਨਹੀਂ, ਉਹਦਾ ਤੁਸੀਂ ਨਾ ਅੰਦਾਜ਼ਾ ਲਾ ਸਕਦੇ ਹੋ। ਜਾਣੈ ਕੌਣ ਕੂਤ, ਗੁਰੂ ਨਾਨਕ ਸਾਹਿਬ ਜਿਹੜਾ ਕੂਤ ਸ਼ਬਦ ਵਰਤੇ, ਇਹਦਾ ਮਤਲਬ ਹੀ ਹੈ ਤੇਰਾ ਅੰਦਾਜ਼ਾ ਵੀ ਕੌਣ ਲਾ ਸਕਦਾ ਹੈ? ਅੰਦਾਜ਼ਾ ਵੀ ਨਹੀਂ ਲੱਗ ਸਕਦਾ, ਕਿਉਂਕਿ ਗਿਆਨ ਇੰਦਰੇ ਬਿਲਕੁਲ ਆਪਣੀ ਸੀਮਾ ਦੇ ਵਿੱਚ ਰਹਿੰਦੇ ਨੇ, ਇਦੋਂ ਅੱਗੇ ਨਹੀਂ ਜਾਂਦੇ। ਤੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਤੋ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਆਖਦੇ ਨੇ ਅਰਧ ਉਰਦ ਵਿੱਚ ਸਮ ਪਹਿਚਾਣ। ਅਰਧ ਦਾ ਅਰਥ ਹੁੰਦਾ ਹੈ ਹੇਠਾਂ, ਉਰਦ ਮਤਲਬ ਉੱਚਾ, ਉੱਪਰ, ਵਿੱਚ ਮਤਲਬ ਸਪੇਸ ਵਿੱਚ, ਹੇਠਾਂ ਉੱਪਰ ਖਾਲੀ ਜਗ੍ਹਾ, ਆਲੇ ਦੁਆਲੇ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਬਰਾਬਰ ਚੇਤਨਾ ਰੂਪ ਵਿੱਚ ਵਸਿਆ ਹੈ। ਮਨ ਇਸ ਭੇਤ ਦੀ ਪਹਿਚਾਣ ਕਰ ਲੈਂਦਾ, ਮਨ ਇਸ ਖਿਆਲ ਦਾ ਧਾਰਨੀ ਹੋ ਜਾਂਦਾ ਹੈ। ਕਹਿੰਦੇ ਨੇ ਨੀਚ ਊਚ ਨਹੀਂ ਮਾਨ ਅਮਾਨ। ਤੇ ਜਦੋਂ ਮਨ ਨੂੰ ਉਸ ਅਕਾਲ ਪੁਰਖ ਦੇ ਸਰਵ ਵਿਆਪੀ ਸਿਧਾਂਤ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ? ਮਨ ਫਿਰ ਉੱਚੇ ਤੇ ਨੀਵੇਂ ਦਾ ਭੇਦ ਭਾਵ ਨਹੀਂ ਕਰਦਾ ਕਿਸੇ ਨਾਲ। ਜਾਂ ਨੀਚ ਹੈ, ਆ ਊਚ ਹੈ। ਜਨਮ ਸਿੱਧ ਮੈਂ ਕਿਸੇ ਨੂੰ ਨੀਚ ਆਖਾਂ, ਜਨਮ ਸਿੱਧ ਕਿਸੇ ਨੂੰ ਉੱਚਾ ਆਖਾਂ। ਮਨੁੱਖ ਤੇ ਮਨੁੱਖ ਹੀ ਹੈ, ਮੇਰੇ ਵਰਗਾ। ਉਹ ਕਿਸੇ ਐਸੇ ਘਰ 'ਚ ਪੈਦਾ ਹੋਇਆ ਜਿੱਥੇ ਸਹੂਲਤਾਂ ਘੱਟ ਸਨ, ਗੱਲ ਵੱਖਰੀ ਹੈ, ਪਰ ਉਹ ਨੀਚ ਤੇ ਨਹੀਂ ਨਾ ਹੋ ਗਿਆ ਇੰਨੀ ਗੱਲ ਨਾਲ। ਉਹ ਐਸੇ ਪਰਿਵਾਰ ਵਿੱਚ ਪੈਦਾ ਹੋਇਆ ਜਿਹੜੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਨੇ, ਜਿਹੜੇ ਖੱਡੀ ਬੁਣਨ ਦਾ ਕੰਮ ਕਰਦੇ ਨੇ, ਕੱਪੜਾ ਬੁਣਨ ਦਾ ਖੱਡੀ ਉੱਤੇ, ਜਿਹੜੇ ਭਾਂਡੇ ਬਣਾਉਣ ਦਾ ਕੰਮ ਕਰਦੇ ਨੇ। ਇਹਦੇ ਨਾਲ ਕੋਈ ਨੀਚ ਤੇ ਨਹੀਂ ਹੋ ਜਾਂਦਾ, ਇਹ ਤੇ ਕਿਰਤ ਹੈ। ਇਹ ਤਾਂ ਪੇਟ ਪਾਲਣ ਲਈ ਰੁਜ਼ਗਾਰ ਹੈ, ਜੀਵਨ ਦੇ ਨਿਰਵਾਹ ਵਾਸਤੇ। ਇਹਦੇ ਨਾਲ ਨੀਚ ਕਿਵੇਂ ਬਣ ਗਿਆ ਕੋਈ? ਭਾਵ ਅਸੀਂ ਕਿਰਤ ਦੇ ਨਾਲ, ਜ਼ਾਤ
ਕੁੱਲ, ਜਗ੍ਹਾ, ਰੂਪ, ਰੰਗ, ਇਹਨਾਂ ਚੀਜ਼ਾਂ ਦੇ ਨਾਲ ਕੁਝ ਚਾਤਰ ਲੋਕਾਂ ਨੇ ਦੂਸਰਿਆਂ ਨੂੰ ਨੀਵੇਂ ਬਣਾ ਦਿੱਤਾ ਤੇ ਆਪ ਉੱਚੇ ਬਣ ਕੇ ਬਹਿ ਗਏ। ਇਹ ਭਰਮ ਭੇਦ ਮਿਟ ਗਿਆ, ਇਹ ਅੰਦਰੋਂ ਭਰਮ ਨਿਕਲ ਗਿਆ ਵੀ ਕੋਈ ਉੱਚਾ ਨੀਵਾਂ ਨਹੀਂ, ਸਭ ਬਰਾਬਰ ਹਨ। ਇਨਸਾਨੀ ਤੌਰ ਉੱਤੇ ਸਾਰੇ ਚੰਗੇ ਹਨ ਔਰ ਸਾਰੇ ਹੀ ਵਧੀਆ ਹਨ। ਕਰਮ ਦੇ ਤੌਰ ਉੱਤੇ ਕੋਈ ਉੱਚਾ ਨੀਵਾਂ ਹੋ ਸਕਦਾ। ਮੇਰਾ ਕਰਮ ਮਾੜਾ ਹੈ ਤਾਂ ਮੈਂ ਨੀਵਾਂ ਹਾਂ, ਮੇਰੀ ਕਰਤੂਤ ਚੰਗੀ ਨਹੀਂ ਤਾਂ ਮੈਂ ਹੀਣ ਹਾਂ, ਨਫ਼ਰਤ ਦਾ ਪਾਤਰ ਬਣਦਾ ਹਾਂ। ਕਿਸੇ ਦਾ ਕਰਮ ਚੰਗਾ ਹੈ, ਵਿਚਾਰ ਚੰਗੇ ਹਨ, ਜੀਵਨ ਚੰਗਾ ਹੈ, ਕਿਰਦਾਰ ਚੰਗਾ ਹੈ, ਉਹ ਸਤਿਕਾਰ ਦਾ ਪਾਤਰ ਹੈ। ਕਰਮ ਕਰਕੇ ਬੰਦਾ ਵੱਡਾ ਛੋਟਾ ਹੁੰਦਾ ਹੈ। ਗੁਰਮਤਿ ਕਹਿੰਦੀ ਏ ਆਪਣੇ ਕਿਰਦਾਰ ਕਰਕੇ, ਪਰ ਜੋਤ ਰੂਪ ਵਿੱਚ ਸਾਰੀ ਕਾਇਨਾਤ ਦੇ ਮਨੁੱਖ ਇੱਕੋ ਜਿਹੇ ਨੇ। ਜੋਤ ਰੂਪ ਵਿੱਚ ਸਾਰੇ ਇੱਕੋ ਜਿਹੇ ਨੇ। ਕਿਰਦਾਰ ਕਰਕੇ ਵੱਡੇ ਛੋਟੇ ਹੋ ਸਕਦੇ ਨੇ। ਜਿਹਦਾ ਕਿਰਦਾਰ ਚੰਗਾ ਹੈ ਉਹ ਚੰਗਾ ਹੈ, ਜਿਹਦਾ ਨੀਵਾਂ ਹੈ ਉਹ ਨੀਵਾਂ ਹੈ। ਕਸਮ ਵਿਸਾਰਿਆਂ ਤੇ ਕਮਜ਼ਾਦ, ਨਾਨਕ ਨਾਮੈ ਬਾਝ ਸਨਾਰ। ਹੀਣੇ ਕੌਣ ਨੇ? ਜਿਹੜੇ ਸੱਚ ਨਾਲੋਂ ਟੁੱਟੇ ਹੋਏ ਨੇ, ਬਦਕਾਰ ਨੇ, ਝੂਠ ਵਿੱਚ ਲੱਗੇ ਨੇ, ਮਾੜੇ ਕਿਰਦਾਰ ਵਾਲੇ। ਇਹ ਫਰਕ ਅਸੀਂ ਸਮਝਣਾ ਹੈ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਨੇ, ਮਾਨ ਅਮਾਨ ਉਹ ਦੁਨੀਆ ਦੇ ਮਾਨ ਤੇ ਅਪਮਾਨ ਤੋਂ ਉੱਪਰ ਉੱਠ ਖਲੋਂਦਾ ਹੈ। ਭਾਵ ਉਹਦੇ ਅੰਦਰ ਚਾਪਲੂਸੀ ਕਰਕੇ, ਕਿਸੇ ਦੀ ਝੂਠੀ ਖੁਸ਼ਾਮਦ ਕਰਕੇ ਸਤਿਕਾਰ ਲੈਣਾ, ਇਸ ਨਸ਼ੇ ਤੋਂ ਛੁੱਟ। ਇਹ ਵੀ ਇੱਕ ਨਸ਼ਾ ਹੈ। ਘੰਟਿਆਂ ਬੱਧੀ ਕੋ ਮੇਰੀ ਝੂਠੀ ਸਿਫਤ ਕਰੇ, ਮੈਨੂੰ ਬੰਦਾ ਚੰਗਾ, ਹਾਲਾਂਕਿ ਮੈਨੂੰ ਪਤਾ ਹੁੰਦਾ ਹੈ ਵੀ ਬੋਲ ਤੇ ਝੂਠ ਹੀ ਰਹੇ। ਬੰਦੇ ਨੂੰ ਆਪਣੇ ਬਾਰੇ ਨਹੀਂ ਪਤਾ ਵੀ ਮੇਰੇ ਚ ਆਹ ਗੁਣ ਹੈ ਕਿ ਨਹੀਂ ਹੈ, ਪਰ ਫਿਰ ਵੀ ਝੂਠ ਦਾ ਨਸ਼ਾ ਲੱਗਾ ਹੋਇਆ ਵੀ ਕੋਈ ਮੇਰੀਆਂ ਸਿਫਤਾਂ ਦੇ ਝੂਠੇ ਪੁੜ ਬੰਨੀ ਜਾਏ, ਮੈਨੂੰ ਉਹ ਬੁਰਾ ਨਹੀਂ ਲੱਗੇਗਾ। ਇੱਕ ਬੰਦਾ ਵੀ ਆ ਕੇ ਸਹੀ ਗੱਲ ਕਹਿ ਗਿਆ, ਮੈਨੂੰ ਬੁਰੀ ਲੱਗੇਗੀ। ਇਹ ਝੂਠ ਦੇ ਨਸ਼ੇ ਵਿੱਚ ਲੱਗੇ ਹੋਣ ਦੀ ਪਹਿਲੀ ਨਿਸ਼ਾਨੀ ਹੈ। ਔਰ ਇਹ ਮਨੁੱਖ ਦੇ ਨਸ਼ਾ ਜਿੰਨਾ ਇਹ ਵੱਧਦਾ ਜਾਏ ਉਨਾ ਹੀ ਬੰਦਾ ਬੇਹੋਸ਼ ਹੁੰਦਾ ਜਾਂਦਾ। ਜੇ ਫਿਜ਼ੀਕਲੀ ਨਸ਼ਾ ਲੱਗਦਾ ਹੈ ਨਾ, ਦਿਮਾਗ ਨੂੰ ਨਰਵਸ ਕਰਦਾ ਹੈ ਸਰੀਰਕ ਤੌਰ ਤੇ, ਤੇ ਜਿੰਨਾ ਵੱਡਾ ਉਹ ਨਸ਼ੇੜੀ ਹੁੰਦਾ ਜਾਏ ਉਨਾ ਹੀ ਆਪਣੇ ਆਪ ਤੋਂ ਗਿਆ ਗੁਜ਼ਰਿਆ ਹੁੰਦਾ ਜਾਂਦਾ। ਸੁੱਧ ਬੁੱਧ ਉਹਦੀ ਖਤਮ ਹੋ ਜਾਂਦੀ ਹੈ, ਸੋਚਣ ਸ਼ਕਤੀ ਮਰ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਆਤਮਿਕ ਮਾਨਸਿਕ ਤੌਰ ਤੇ ਬੰਦੇ ਨੇ ਇਹ ਨਸ਼ਾ ਲਾ ਲਿਆ ਆਪਣੀ ਚਾਪਲੂਸੀ ਕਰਵਾਉਣ ਦਾ, ਜਾਂ ਖਰੀ ਗੱਲ ਕਿਤੇ ਸੁਣ ਲਈ ਤੇ ਪੀੜ ਹੋਣ ਲੱਗ ਪਈ, ਇਹ ਜਦੋਂ ਨਸ਼ਾ ਲੱਗ ਜਾਂਦਾ ਨਾ ਫਿਰ ਘਟਦਾ ਨਹੀਂ, ਇਹ ਵੀ ਵੱਧਦਾ ਜਾਂਦਾ ਦੂਸਰੇ ਨਸ਼ੇ ਵਾਂਗ, ਫਿਰ ਸੁੱਧ ਬੁੱਧ ਭੁਲਾ ਦਿੰਦਾ ਹੈ। ਇਸੇ ਕਰਕੇ ਇੱਕ ਦੁਨੀਆ ਦਾ ਕਥਨ ਹੈ ਵੀ ਜਿਸ ਦੇ ਆਲੇ ਦੁਆਲੇ ਚਮਚਾਗਿਰੀ ਕਰਨ ਵਾਲੇ ਲੋਕ ਖੜੇ ਹੋ ਜਾਣ, ਸਮਝੋ ਉਹ ਗਿਆ। ਉਹਨੂੰ ਤੁਸੀਂ ਸਮਝਾ ਨਹੀਂ ਸਕਦੇ, ਕਿਉਂਕਿ ਤੁਸੀਂ ਇੱਕ ਗੱਲ ਕਹਿ ਕੇ ਬੁਰੇ ਬਣ ਜਾਣਾ। 24 ਘੰਟੇ ਉਹਨੂੰ ਜਿਹੜੀ ਨਸ਼ੀਲੀ ਦਵਾਈ ਅੰਦਰੋਂ ਡੋਜ਼ ਦਿੱਤੀ ਜਾ ਰਹੀ ਹੈ, ਉਹ ਉਹਦੇ ਹਿਸਾਬ ਨਾਲ ਚੱਲੇਗਾ ਕਿ ਤੁਹਾਡੀ ਇੱਕ ਗੱਲ ਦੇ ਹਿਸਾਬ ਨਾਲ ਚੱਲੇਗਾ। ਇੱਕ ਉਦਾਹਰਣ ਦਿੰਦਾ, ਕਿੰਨੇ ਲੋਕ ਵੱਡੀਆਂ ਪਦਵੀਆਂ ਤੇ ਬੈਠੇ ਹੋਏ ਲੋਕਾਂ ਬਾਰੇ ਅਖਬਾਰਾਂ 'ਚ ਬਿਆਨ ਦਿੰਦੇ ਨੇ। ਵੱਡੇ ਲੋਕ ਪੜ੍ਹਦੇ ਹੀ ਹੋਣਗੇ ਕਿ ਸਾਡੇ ਬਾਰੇ ਕਿਸਾਨ ਆਹ ਕਹਿੰਦਾ ਹੈ, ਸਾਡੇ ਬਾਰੇ ਮਜ਼ਦੂਰ ਆਹ ਕਹਿੰਦਾ ਹੈ, ਸਾਡੇ ਬਾਰੇ ਆਮ ਲੋਕ ਆਹ ਕਹਿੰਦੇ ਨੇ, ਸਾਨੂੰ ਲੋਕ ਲੁਟੇਰੇ ਆਖਦੇ ਨੇ, ਠੱਗ ਆਖਦੇ ਨੇ, ਬੇਈਮਾਨ ਆਖਦੇ ਨੇ ਵੀ ਇਹਨਾਂ ਨੇ ਸਾਰਾ ਕੁਝ ਲੁੱਟ ਲਿਆ। ਪੜ੍ਹਦੇ ਤੇ ਹੋਣਗੇ ਹੀ ਨਾ, ਅਖਬਾਰ ਤਾਂ ਉਹਨਾਂ ਦੇ ਟੇਬਲ ਤੇ ਜਾਂਦੀ ਹੈ, ਐਸੀ ਤਾਂ ਗੱਲ ਨਹੀਂ। ਟੀਵੀ ਚੈਨਲਾਂ ਤੇ ਕਿੰਨੇ ਲੋਕ ਹੜਕੰਪ ਮਚਾ ਕੇ ਰੌਲਾ ਪਾਉਂਦੇ ਨੇ, ਸਾਰਾ ਕੁਝ ਅਸਰ ਤੇ ਹੁੰਦਾ ਹੋਏਗਾ, ਸੁਣਦੇ ਤੇ ਹਨ ਉਹ, ਪਰ ਜਿੰਨਾ ਕੁ ਉਹਦਾ ਅਸਰ ਹੋਣ ਲੱਗਦਾ ਨਾ ਵੀ ਲੋਕ ਸਾਥੋਂ ਦੁਖੀ ਨੇ ਭਾਈ, ਕਿਉਂ? ਸਾਡੇ ਮੁਹੱਲੇ 'ਚ 4 ਬੰਦੇ ਸਾਡੇ ਖਿਲਾਫ ਇਕੱਠੇ ਹੋ ਜਾਣ ਤੇ ਚਿੰਤਾ ਨਹੀਂ ਹੁੰਦੀ ਵੀ ਗੱਲ ਕੀ ਹੋਈ, ਜਾ ਕੇ ਗੱਲ ਤੇ ਕਰਾਂ। ਤੇ ਇੱਥੇ ਸਾਰੀ ਸਟੇਟ ਇਕੱਠੀ ਹੋ ਜਾਏ ਤੇ ਕਿਸੇ ਨੂੰ ਫਰਕ ਨਾ ਪਵੇ। ਤੁਸੀਂ ਕਾਰਨ ਲੱਭਣ ਦੀ ਕਦੇ ਕੋਸ਼ਿਸ਼ ਕੀਤੀ ਹੈ? ਉਹ ਅਸਰ ਕਰਦੀ ਹੈ ਨਾ, ਜਦੋਂ ਕੋਈ ਚੀਜ਼ ਉਹ ਪ੍ਰਭਾਵ ਪੈਣਾ ਸ਼ੁਰੂ ਹੁੰਦਾ ਹੈ, ਉਦੋਂ ਚਮਚੇ ਆ ਕੇ ਨੇੜੇ ਕਹਿੰਦੇ ਨੇ ਜੀ ਚੱਲਦਾ ਹੈ। ਰਾਜ ਭਾਗ ਇਸ ਤਰ੍ਹਾਂ ਥੋੜੀ ਚੱਲਦੇ ਨੇ। ਇਹ ਵਿਰੋਧੀਆਂ ਦੀ ਚਾਲ। ਲੜ ਰਿਹਾ ਹੈ ਬੰਦਾ ਭੁੱਖਾ ਸੜਕ ਦੇ ਉੱਤੇ ਬੈਠਾ, ਜਿਹਦਾ ਸਭ ਕੁਝ ਤਬਾਹ ਹੋ ਗਿਆ, ਉਹਨੂੰ ਇਹ ਕਹੇ ਕਿ ਉਹਦੇ ਸੰਘਰਸ਼ ਨੂੰ ਨਕਾਰਾ ਕੀਤਾ ਜਾਂਦਾ ਹੈ, ਖੁੰਡਾ ਕੀਤਾ ਜਾਂਦਾ ਹੈ ਵੀ ਇਹ ਤਾਂ ਵਿਰੋਧੀਆਂ ਦਾ ਬਿਠਾਇਆ ਬੰਦਾ ਹੈ। ਤੁਸੀਂ ਸੋਚੋ, ਕਿਸੇ ਬੰਦੇ ਦੀ ਕਿਰਤ ਖਤਮ ਹੋ ਗਈ, ਉਹ ਵਿਚਾਰਾ ਭੁੱਖਾ ਰੋ ਵੀ ਨਹੀਂ ਸਕਦਾ, ਕਿਉਂਕਿ ਉਹਦੇ ਰੋਣ ਨੂੰ ਤੇ ਉਹਦੀ ਆਵਾਜ਼ ਕੱਢਣ ਨੂੰ, ਉਹਦੇ ਤਰਲਾ ਲੈਣ ਨੂੰ ਵੀ ਚਮਚੇ ਜਿਹੜੇ ਨੇ ਉਹ ਮਾਲਕ ਦੇ ਕੰਨਾਂ 'ਚ ਜਾ ਕੇ ਇਹ ਗੱਲ ਪਾਉਂਦੇ ਨੇ ਜੀ ਇਹ ਵਿਰੋਧੀਆਂ ਦੀ ਚਾਲ ਹੈ, ਐਸੀ ਕੋਈ ਗੱਲ ਨਹੀਂ। ਅਖਬਾਰਾਂ ਤੇ ਲਿਖਦੀਆਂ ਹੀ ਹੁੰਦੀਆਂ ਨੇ, ਡੋਜ਼ ਮਿਲ ਗਈ ਨਾ। ਇਹ ਭੇਦ ਹੈ, ਇਹ ਜਾਣਨਾ ਹੈ। ਅਕਬਰ ਦੇ ਤੇ ਬੀਰਬਲ ਦੇ ਬਾਰੇ ਇੱਕ ਕਹਾਣੀ
कई किस्से प्रचलित ने। कहते ने एक बार बताऊं दा बूटा जिहड़ा सी इन्हां नूं बैंगण लगे हुए सन ते अकबर ने आखिया भी किड्डा सोहना है, किड्डा सोहना फल है, किड्डा सोहना है इस सब्जी का निक्का जिहा पौधा है। बीरबल ने उस्ताद दे कोल बड़ा खुशामदी ते चापलूस आदमी सी, उसने उस्ताद दे पुल बन दिते। कहने लग्या जी क्या कृष्ण वर्गा सांवला रंग है इसका, और इस दे सिर दे उत्ते वेखो डोडी डंडी जड़ी लगी जिवें मुकुट पहनिया होवे, बड़ी वधिया स्वाद सब्जी बनती। कई उस्ताद दे पुल बन दिते, सिफत कर दी। कुछ समय बाद क्योंकि उहदी तासीर गर्म हुंदी है, वो पचिया ना, ते अकबर ने आख्या भी बड़ी भैड़ी सब्जी, इहदी तसीर गर्म है, पेट खराब कर दिता। कहने लग्या जी ये तो सब तो गई गुजरी सब्जी है, वेखो ना इहदा रंग चंगा, ਜਿਹੜੇ ਪੌਦੇ ਨੂੰ ਲੱਗਦਾ ਉਹਨੂੰ ਕੰਡ ਲੱਗਦੀ, ਉਹਨੂੰ ਤੁਸੀਂ ਬਾਰ-ਬਾਰ ਹੱਥ ਨਾਲ ਛੁਹਾ ਲਓ ਤੇ ਖਾਰਿਸ਼ ਹੋਣੀ ਸ਼ੁਰੂ ਹੋ ਜਾਏਗੀ, ਤਸੀਰ ਇਹਦੀ ਗਰਮ ਹੈ, ਔਰ ਕੱਲੇ ਵੀ ਬਣਾਇਆ ਇਹ ਸਵਾਦ ਨਹੀਂ ਬਣਦੇ। ਅਕਬਰ ਕਹਿਣ ਲੱਗਿਆ ਜੀ ਬੀਰਬਲ ਇੱਕ ਦਿਨ ਤੂੰ ਇਹਦੀ ਸਿਫਤ ਕਰਦਾ ਨਹੀਂ ਸੀ ਥੱਕਦਾ, ਅੱਜ ਇਹਦੀ ਨਿੰਦਾ ਕਰਦਾ ਨਹੀਂ ਥੱਕਦਾ। ਬੀਰਬਲ ਕਹਿਣ ਲੱਗਿਆ ਮਹਾਰਾਜ ਨੌਕਰੀ ਤੁਹਾਡੀ ਕਰਨੀ ਹੈ, ਬਤਾਉਂ ਦੀ ਥੋੜਾ ਕਰਨੀ ਹੈ, ਤਨਖਾਹ ਤੁਹਾਡੇ ਤੋਂ ਲੈਣੀ ਹੈ, ਮਾਣ ਸਨਮਾਨ ਤੁਹਾਤੋਂ ਲੈਣੇ, ਤੁਹਾਡੀ ਹਾਂ 'ਚ ਹੀ ਆਮ ਮਿਲਾਵਾਂਗਾ ਨਾ, ਤੁਹਾਨੂੰ ਜਿਹੜੀ ਗੱਲ ਪਸੰਦ ਨਹੀਂ ਆਪਾਂ ਕਹਿਣੀ ਕਿਉਂ ਹੈ। ਖੁਸ਼ਾਮਦੀ ਸੁਭਾਅ ਕੁਝ ਇਸ ਤਰ੍ਹਾਂ ਦਾ, ਉਹ ਆਪਣੇ ਫਾਇਦੇ ਕੱਢਣ ਵਾਸਤੇ ਹੀ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਵਾਲੇ ਪਾਸੇ ਤੁਰਦਾ। ਇਹ ਸਾਰੇ ਸਿਸਟਮ ਵਿੱਚ ਚੱਲਦੀ ਹੈ ਇਹ ਗੱਲ। ਗੁਰੂ ਪਾਤਸ਼ਾਹ ਨੇ ਜਿਹੜੀ ਮਾਨ ਤੇ ਅਪਮਾਨ ਤੋਂ ਉੱਪਰ ਉੱਠਣ ਦੀ ਗੱਲ ਕਹੀ ਹੈ, ਇਹ ਮਨੁੱਖ ਨੂੰ ਸੁੱਧ ਬੁੱਧ ਸੁਰਤੀ ਨੂੰ ਕਾਇਮ ਰੱਖਣ ਵਾਲਾ ਜੀਵਨ ਹੈ। ਮਾਨ ਤੇ ਅਪਮਾਨ ਵਿੱਚ ਪੈਣ ਦਾ ਭਾਵ ਹੀ ਇਹ ਹੈ ਤੁਹਾਡੀ ਸੁੱਧ ਬੁੱਧ ਦੂਸਰਿਆਂ ਦੇ ਕੰਟਰੋਲ ਵਿੱਚ ਚਲੀ ਗਈ। ਉਹ ਚੰਗਾ ਕਹੇਗਾ ਤੁਸੀਂ ਖੁਸ਼ ਹੋਵੋਗੇ, ਨਹੀਂ ਕਹੇਗਾ ਤੁਸੀਂ ਦੁਖੀ ਹੋਵੋਗੇ, ਤੁਹਾਡਾ ਦੁੱਖ ਤੇ ਸੁੱਖ ਉਹਨਾਂ ਦੇ ਕੰਟਰੋਲ 'ਚ ਹੋਊਗੇ। ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਵਿਆਪਕ ਰਾਮ ਸਗਲ ਸਾਮਾਨ, ਮਨ ਨੂੰ ਸੋਝੀ ਆ ਗਈ ਵੀ ਉਹ ਸਰਵ ਵਿਆਪਕ ਅਕਾਲ ਪੁਰਖ ਸਾਰਿਆਂ ਵਿੱਚ ਇੱਕ ਸਮਾਨ ਵਸਿਆ ਹੋਇਆ ਹੈ। 14 ਲੋਕ ਮੰਝਾਰ, 14 ਲੋਕਾਂ ਭਾਵ ਸਾਰੀ ਕਾਇਨਾਤ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੈ। ਰੋਮ ਰੋਮ ਮੈਂ ਬਸੈ ਮੁਰਾਰ, ਤੇ ਸਾਰੀ ਕਾਇਨਾਤ ਦੇ ਰੋਮ ਰੋਮ ਜਰਰੇ ਜ਼ਰਰੇ ਦੇ ਵਿੱਚ ਉਹ ਕਰਤਾ ਪੁਰਖ ਜੀ ਆਪ ਸੁਭਾਏਮਾਨ ਹਨ, ਜੋਤ ਰੂਪ ਵਿੱਚ ਵਸੇ ਹਨ। ਇਸ ਵਾਸਤੇ ਸਤ ਸੰਤੋਖ ਦਾ ਧਰੋ ਧਿਆਨ। ਕਬੀਰ ਸਾਹਿਬ ਕਹਿੰਦੇ ਨੇ ਹੇ ਭਾਈ ਆਪਣੇ ਜੀਵਨ ਅੰਦਰ ਸਤ ਤੇ ਸੰਤੋਖ, ਸੰਤੋਖ ਦਾ ਭਾਵ ਹੈ ਰੱਬ ਦੀ ਰਜ਼ਾ 'ਚ ਉਹਦੀਆਂ ਦਿੱਤੀਆਂ ਦਾਤਾਂ ਵਿੱਚ ਖੁਸ਼ ਰਹਿਣਾ, ਸੰਤੁਸ਼ਟ ਰਹਿਣਾ ਤੇ ਉਹਦਾ ਸ਼ੁਕਰ ਕਰਨਾ। ਤੇ ਸਤ ਦਾ ਅਰਥ ਹੈ ਲੋੜਵੰਦ ਦੀ ਸੇਵਾ, ਪਰਉਪਕਾਰ ਤੇ ਭਲਾ ਕਰਨਾ। ਇਹ ਹੈ ਸਤ ਸੰਤੋਖ ਦੇ ਗੁਣ ਵਿੱਚ ਆਪਣੀ ਲਗਨ ਜੋੜੋ, ਧਿਆਨ ਧਰੋ। ਔਰ ਆਖਦੇ ਨੇ ਕਥਨੀ ਕਥੀਐ ਬ੍ਰਹਮ ਗਿਆਨ, ਸਦਾ ਉਸ ਬ੍ਰਹਮ ਅਕਾਲ ਪੁਰਖ ਦੇ ਗੁਣਾਂ ਦੀ ਗੱਲ ਕਰੀਏ, ਕਥਨੀ ਕਰੀਏ, ਉਹਦੀ ਵਿਚਾਰ ਕਰੀਏ। ਉਸ ਰੱਬ ਦੇ ਗੁਣਾਂ ਦੀ ਗੱਲ ਕਰੋ, ਉਸ ਰੱਬ ਦੇ ਹੁਕਮ ਨੂੰ ਸਮਝਣ ਲਈ ਵਿਚਾਰ ਕਰੋ, ਰੱਬ ਦੀ ਸਿਫਤ ਸਲਾਹ ਦੀ ਗੱਲ ਕਰੋ। ਇਹ ਕਥਨੀ ਕਥੀ ਹੈ। ਤੋ ਅਖੀਰਲੇ ਬੰਦ ਵਿੱਚ ਕਬੀਰ ਸਾਹਿਬ ਜੀ ਆਖਦੇ ਨੇ, ਪੂਨਿਓ ਪੂਰਾ ਚੰਦ ਆਕਾਸ਼, ਪੂਰਨਮਾਸ਼ੀ ਨੂੰ ਜਦੋਂ ਆਕਾਸ਼ ਵਿੱਚ ਚੰਦਰਮਾ ਪੂਰਾ ਪ੍ਰਕਾਸ਼ਮਾਨ ਹੁੰਦਾ ਹੈ, ਸੰਪੂਰਨ ਵਿਖਾਈ ਦਿੰਦਾ ਹੈ। ਪਸਰੈ ਕਲਾ ਸਹਿਜ ਪ੍ਰਗਾਸ। ਵੈਸੇ ਇਹ ਮੈਂ ਅੱਗੇ ਬੇਨਤੀ ਕੀਤੀ ਸੀ ਵੀ ਜਿਹੜੀ ਥਿੱਤੀ ਬਾਣੀ ਹੈ ਇਹ ਚੰਦਰਮਾ ਦੀਆਂ ਤਿੱਥਾਂ ਦੇ ਹਿਸਾਬ ਨਾਲ ਹੈ। ਜਿਵੇਂ ਸੂਰਜੀ ਕੈਲੰਡਰ ਉਹਦੀਆਂ ਤਰੀਕਾਂ ਹੁੰਦੀਆਂ ਨੇ, ਇਸੇ ਤਰ੍ਹਾਂ ਚੰਦਰਮਾ ਦੇ ਕੈਲੰਡਰ ਦੀਆਂ ਆਪਣੀਆਂ ਤਰੀਕਾਂ ਹੁੰਦੀਆਂ ਨੇ। ਉਹ ਸੰਗਰਾਂਦ ਵਾਲਾ ਦਿਨ ਪਹਿਲਾ ਦਿਨ ਹੁੰਦਾ ਮਹੀਨੇ ਦਾ, ਔਰ ਚੇਤ ਸਾਲ ਦਾ ਪਹਿਲਾ ਦਿਨ ਹੁੰਦਾ। ਇਸੇ ਤਰ੍ਹਾਂ ਇਹਦੇ ਵਿੱਚ ਇਹ ਮਹੀਨਾ ਜਿਹੜਾ ਹੈ ਇਹ ਵਦੀ ਤੋਂ ਸ਼ੁਰੂ ਹੁੰਦਾ ਹੈ, ਯਾਨੀ ਕਿ ਪੂਰਨਮਾਸ਼ੀ ਤੋਂ ਜਿਹੜਾ ਅਗਲਾ ਦਿਨ ਹੈ ਉਹ ਇੱਕ ਵਦੀ ਹੈ। ਜਿਸ ਦਿਨ ਫਿਰ ਮੱਸਿਆ ਆ ਗਈ, 15 ਥਿੱਤਾਂ ਹੋ ਗਈਆਂ, ਯਾਨੀ ਕਿ ਮਹੀਨੇ ਦੇ 15 ਦਿਨ ਹੋ ਗਏ। ਜਦੋਂ ਇਸ ਤੋਂ ਅੱਗੇ ਮੱਸਿਆ ਤੋਂ ਅਗਲਾ ਦਿਨ ਆ ਗਿਆ ਤਾਂ 16ਵੀਂ, ਵੈਸੇ ਤੇ 16ਵੀਂ ਹੋਏਗੀ ਤਿਥ, 16 ਤਰੀਕ ਹੋਏਗੀ ਚੰਦਰਮਾ ਦੇ ਹਿਸਾਬ ਨਾਲ, ਪਰ ਇਸ ਜਗ੍ਹਾ ਦੇ ਉੱਤੇ ਕੀ ਹੋਏਗਾ ਵੀ ਉਹ ਇੱਕ ਸੁਦੀ ਹੋ ਜਾਏਗੀ। ਵਦੀ ਦੇ 15 ਦਿਨ ਤੇ ਸੁਦੀ ਦੇ 15 ਦਿਨ ਰੜਾ ਕੇ 30 ਦਿਨ ਬਣ ਗਏ। ਇਸਲਾਮ ਦਾ ਜਿਹੜਾ ਧਾਰਮਿਕ ਕੈਲੰਡਰ ਹੈ ਜਿਸ ਨੂੰ ਹਿਜਰੀ ਆਖਿਆ ਜਾਂਦਾ ਹੈ, ਉਹ ਚੰਦਰਮਾ ਦੇ ਹਿਸਾਬ ਨਾਲ ਚੱਲਦਾ ਹੈ। ਖੈਰ ਇਸ ਜਗ੍ਹਾ ਦੇ ਉੱਤੇ ਕਬੀਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ
ਉਹ ਵੈਸੇ ਤੇ ਪੂਰਨਮਾਸ਼ੀ ਤੋਂ ਅਗਲਾ ਦਿਨ ਵਦੀ ਸ਼ੁਰੂ ਹੁੰਦੀ ਹੈ, ਪਰ ਇਹ ਤੇ ਕਬੀਰ ਸਾਹਿਬ ਨੇ ਅਮਾਵਸ ਨੂੰ ਇੱਕ ਜਗ੍ਹਾ ਤੇ ਰੱਖ ਕੇ ਫਿਰ ਉੱਥੋਂ ਏਕਮ ਦੂਜ ਤੀਜ ਦੀਆਂ ਚੱਕਾਂ ਸ਼ੁਰੂ ਕਰਕੇ ਪੂਰਨਮਾਸ਼ੀ ਦੀ ਗੱਲ ਕਰਦਿਆਂ ਸਮਾਪਤੀ ਕੀਤੀ ਹੈ। ਇਉਂ ਵੀ ਜਿਵੇਂ ਹਨੇਰੇ ਤੋਂ ਚਾਨਣ ਵਾਲੇ ਪਾਸੇ ਨੂੰ ਸਫ਼ਰ ਹੁੰਦਾ ਹੈ, ਇਸ ਤਰ੍ਹਾਂ ਕਬੀਰ ਸਾਹਿਬ ਮਨ ਨੂੰ ਆਪਣਾ ਉਪਦੇਸ਼ ਦੇ ਰਹੇ ਨੇ ਕਿ ਜੀਵ ਅਗਿਆਨਤਾ ਦੇ ਹਨੇਰੇ ਤੋਂ ਸੱਚ ਦੀ ਰੋਸ਼ਨੀ ਵਾਲੇ ਪਾਸੇ ਨੂੰ ਸਫ਼ਰ ਕਰੇ। ਤੂੰ ਪਸਰੇ ਕਲਾ ਜਦੋਂ ਮੱਸਿਆ ਤੋਂ ਅਗਲਾ ਦਿਨ ਚੜ੍ਹਦਾ ਹੈ, ਥੋੜਾ ਜਿਹਾ ਚੰਦਰਮਾ ਜਿਹੜਾ ਹੈ ਉਸ ਰਾਤ ਨੂੰ ਵਿਖਾਈ ਦਿੰਦਾ ਹੈ, ਜਿਸ ਨੂੰ ਅਸੀਂ ਵਦੀ ਕਹਿੰਦੇ ਹਾਂ। ਇੱਕ ਵਦੀ, ਦੂਸਰੀ, ਤੀਸਰੀ, ਚੌਥੀ ਵਧਦਾ ਜਾਂਦਾ ਹੈ, ਔਰ ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਪੂਰਾ ਆਕਾਸ਼ ਵਿੱਚ, ਉਹਨੂੰ ਕਹਿੰਦੇ ਨੇ ਕਲਾ ਵਧਣੀ। ਭਾਵ ਉਹਦੇ ਅੰਸ਼ ਵਧਦੇ ਜਾਣੇ ਤੇ ਪੂਰਾ ਹੋ ਜਾਣਾ। ਕਹਿੰਦੇ ਨੇ ਜਿਵੇਂ ਸਾਰੀਆਂ ਕਲਾ ਵੱਧ ਜਾਂਦੀਆਂ ਨੇ ਤੇ ਪੂਰਨਮਾਸ਼ੀ ਦੀ ਰਾਤ ਨੂੰ ਭਰਪੂਰ ਚਾਨਣ ਹੋ ਜਾਂਦਾ ਹੈ, ਇਸੇ ਤਰ੍ਹਾਂ ਕਬੀਰ ਸਾਹਿਬ ਆਖਦੇ ਨੇ ਆਦ ਅੰਤ ਮੱਧ ਹੋਏ ਰਹਿਆ ਥੀਰ। ਉਹ ਅਕਾਲ ਪੁਰਖ ਵਾਹਿਗੁਰੂ ਆਦ ਮੁੱਢ ਵਿੱਚ ਜਗਤ ਦੇ, ਹੁਣ ਵੀ ਤੇ ਓੜਕ ਤੱਕ, ਹਰ ਵੇਲੇ ਹਰ ਘੜੀ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਥਿਰ ਹੈ, ਕਾਇਮ ਹੈ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸ਼ਨ ਜਗਦੀਸ਼ਰ ਹੈ। ਔਰ ਆਖਦੇ ਨੇ ਸੁਖ ਸਾਗਰ ਮਹਿ ਰਮੈ ਕਬੀਰ। ਕਬੀਰ ਆਤਮਕ ਸੁਖ ਦੇ ਸਾਗਰ ਵਿੱਚ ਤਾਰੀਆਂ ਲਾ ਰਿਹਾ ਹੈ। ਕਬੀਰ ਦੇ ਮਨ ਨੂੰ ਆਤਮਕ ਸੁਖ ਦੀ ਦਾਤ ਮਿਲ ਗਈ ਹੈ। ਜੇ ਆਤਮਕੋ ਸੁਖ ਸੁਖ ਨਿਤ ਲੋੜਾਓ ਤਾਂ ਸਤਿਗੁਰ ਸ਼ਰਨ ਪਵੀਜੈ। ਔਰ ਜਿਵੇਂ ਪੂਰਨਮਾਸ਼ੀ ਨੂੰ ਪੂਰਾ ਚੰਦਰਮਾ ਪ੍ਰਕਾਸ਼ਮਾਨ ਹੋ ਕੇ ਹਨੇਰਾ ਰਾਤ ਦਾ ਗਵਾ ਦਿੰਦਾ ਹੈ, ਇਸੇ ਤਰ੍ਹਾਂ ਮੇਰੇ ਅੰਦਰ ਅਕਾਲ ਪੁਰਖ ਦਾ ਜੋ ਸਰਬ ਕਲਾ ਪੂਰਨ ਹੈ, ਉਸ ਦੇ ਗੁਣਾਂ ਦਾ ਚਾਨਣ ਹੋ ਗਿਆ, ਜਿਸ ਕਰਕੇ ਮੇਰਾ ਮਨ, ਜਿਸ ਕਰਕੇ ਕਬੀਰ ਦੀ ਸੁਰਤ, ਕਬੀਰ ਦਾ ਜੀਵਨ ਉਸ ਅਕਾਲ ਪੁਰਖ ਦੇ ਨਾਮ ਦੇ ਸੁਖ ਦੀਆਂ ਤਾਰੀਆਂ ਲਾ ਰਿਹਾ ਹੈ, ਸੁਖ ਨੂੰ ਮਾਣ ਰਿਹਾ ਹੈ, ਸੁਖ ਨੂੰ ਹੰਢਾ ਰਿਹਾ ਹੈ। ਗੁਰੂ ਗਰੀਬ ਨਵਾਜ ਕਿਰਪਾ ਬਖਸ਼ਿਸ਼ ਕਰਨ, ਸਤਿਗੁਰਾਂ ਦਾ ਇਹ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।